ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਿਛ ਹਉ ਨਹੀਂ, ਕਛ ਆਹੇ ਨਾ ਮੁਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਾਨ ਤੁਰਾ। ਬੇਸ਼ੁਮਾਰ ਅਥਾਹ ਅਗਾਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਉਹ ਝੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਕਬੀਰ ਭਾਰ ਪਰਾਈ ਸਿਰ ਚਰੈ, ਚਲਿਓ ਚਾਹੈ ਬਾਟ। ਆਪਣੇ ਭਾਰਹਿ ਨਾ ਡਰੈ, ਆਗੈ ਔਕਟ ਘਾਟ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ, ਉਹਨਾਂ ਦੇ ਪਾਵਨ ਸ਼ਲੋਕਾਂ ਦੀ ਕਥਾ ਵਿਚਾਰ ਪ੍ਰਾਰੰਭ ਹੈ। 87 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕਰ ਲਈ ਹੈ। ਹੁਣ ਅਗਲੇ ਸ਼ਲੋਕਾਂ ਦੀ ਵਿਚਾਰ ਆਰੰਭ ਹੋ ਰਹੀ ਹੈ। ਆਪ ਸੰਗਤਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਕਬੀਰ ਭਗਤ ਜੀ ਫਰਮਾਉਂਦੇ ਹਨ, ਇਹ ਦੁਨੀਆ, ਇਹ ਲੁਗਾਈ ਅਥਵਾ ਇਹ ਸਾਡੀ ਜਿੰਦ ਕੁਸੰਗ ਕੀ, ਖੋਟਲੀ ਸੰਗਤ ਦੀ ਮਾਰੀ ਹੋਈ ਮਰ ਰਹੀ ਹੈ। ਉਹ ਕਿਵੇਂ? ਅੱਗੇ ਦ੍ਰਿਸ਼ਟਾਂਤ ਦਿੱਤਾ ਹੈ, ਕੇਲੇ ਨਿਕਟ ਜੋ ਬੇਰ। ਜਿਵੇਂ ਕੇਲੇ ਦੇ ਨੇੜੇ ਬੇਰੀ ਦਾ ਦਰਖਤ ਲੱਗਿਆ ਹੋਵੇ। ਕੇਲਾ ਬੜਾ ਕੋਮਲ ਹੁੰਦਾ ਹੈ, ਬੇਰੀ ਨੂੰ ਤਿੱਖੇ ਕੰਡੇ ਹੁੰਦੇ ਨੇ। ਜਿਹੜਾ ਕੇਲਾ ਬੇਰੀ ਦੇ ਦਰਖਤ ਪਾਸ ਉੱਗਦਾ ਹੈ ਤੇ ਉਹਨੂੰ ਬੇਰੀ ਚੈਨ ਦੇ ਨਾਲ ਨਹੀਂ ਰਹਿਣ ਦਿੰਦੀ। ਅੱਗੇ ਫਰਮਾਉਂਦੇ ਹਨ, ਉਹ ਝੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਜਦੋਂ ਹਵਾ ਰੁਮਕਦੀ ਹੈ ਉਸ ਵੇਲੇ ਕੇਲਾ ਖੁਸ਼ੀ ਦੇ ਵਿੱਚ ਝੂਲਦਾ ਹੈ। ਉਹ ਚੀਰੀਐ, ਪਰ ਜੋ ਬੇਰੀ ਹੈ ਉਹਦੇ ਤਿੱਖੇ ਕੰਡੇ ਹੁੰਦੇ ਨੇ, ਉਹ ਉਸ ਨੂੰ ਚੀਰ ਦਿੰਦੇ ਨੇ। ਕੇਲੇ ਦੇ ਪੱਤਰੇ ਬਹੁਤ ਨਾਜ਼ੁਕ ਹੁੰਦੇ ਨੇ। ਬੇਰੀ ਦੇ ਕੰਡੇ ਉਹਨਾਂ ਨੂੰ
ਲੀਰੋ ਲੀਰ ਕਰ ਦਿੰਦੇ ਹਨ। ਇਸੇ ਲਈ ਭਗਤ ਜੀ ਕਹਿੰਦੇ ਨੇ ਸਾਕਤ ਸੰਗ ਨਾ ਹਿਰ, ਵੀ ਜਿੱਥੇ ਸਾਕਤਾਂ ਦਾ ਸੰਗ, ਇਹ ਪੁਲਿੰਗ ਸ਼ਬਦ ਵਰਤਿਆ ਗਿਆ ਹੈ, ਸਾਕਤਾਂ ਦਾ ਟੋਲਾ, ਉਹਨਾਂ ਸਾਕਤਾਂ ਦਾ ਜਥਾ, ਉਹਨਾਂ ਸਾਕਤਾਂ ਦਾ ਇਕੱਠ ਜਿੱਥੇ ਹੋਵੇ, ਉਹਦੇ ਵੱਲ ਕਦੀ ਵੀ ਗਹੁ ਦੇ ਨਾਲ ਨਾ ਤੱਕੋ। ਭਾਵ ਜੇ ਕੋਈ ਸਾਖਤ ਪੁਰਸ਼ ਮਿਲਦਾ ਹੈ ਜਾਂ ਉਹਨਾਂ ਦੀ ਸੰਗਤ ਮਿਲਦੀ ਹੈ, ਪਾਸਾ ਵੱਟ ਕੇ ਲੰਘ ਜਾਣਾ ਚਾਹੀਦਾ ਹੈ, ਨਹੀਂ ਤਾਂ ਫਿਰ ਉਹ ਤੁਹਾਡਾ ਨੁਕਸਾਨ ਕਰਨਗੇ। ਉਹਨਾਂ ਨੇ ਕੋਈ ਨਾ ਕੋਈ ਤੁਹਾਨੂੰ ਇਹੋ ਜਿਹੀ ਤਰਕ ਮਾਰਨੀ ਹੈ, ਕੋਈ ਇਹੋ ਜਿਹੀ ਦਿਲ ਚੁਭਵੀਂ ਗੱਲ ਕਹਿਣੀ ਹੈ, ਜਿਹਦੇ ਨਾਲ ਤੁਹਾਡਾ ਸੀਨਾ ਛਲਣੀ ਹੋ ਸਕਦਾ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ ਮਾੜੀ ਸੰਗਤ ਤੋਂ ਬਚਣਾ ਚਾਹੀਦਾ ਹੈ। ਕਬੀਰ ਭਾਰ ਪਰਾਈ ਸਿਰ ਚਰੈ, ਚਲਿਓ ਚਾਹੈ ਬਾਟ। ਕਬੀਰ ਭਗਤ ਜੀ ਅੱਗੇ ਫਰਮਾਉਂਦੇ ਹਨ, ਜਿਹੜੇ ਕਈ ਪਖੰਡੀ ਬਾਬੇ ਸਾਧ ਆਪਣੇ ਆਪ ਨੂੰ ਮਹਾਤਮਾ ਵੀ ਸਦਵਾਉਂਦੇ ਹਨ, ਔਰ ਉਹ ਲੋਕਾਂ ਨੂੰ ਕਹਿੰਦੇ ਨੇ ਬਈ ਤੁਸੀਂ ਆਓ, ਸਾਡੇ ਕੋਲ ਆਓ, ਅਸੀਂ ਤੁਹਾਡੇ ਦੁੱਖ ਰੋਗ ਦੀ ਨਿਵਰਤੀ ਕਰਦੇ ਹਾਂ। ਉਹਨਾਂ ਦੇ ਕੋਲੋਂ ਮਾਇਆ ਬਟੋਰਦੇ ਨੇ ਅਤੇ ਫਿਰ ਉਹਨਾਂ ਲਈ ਫਿਰ ਉਹ ਪੂਜਾ ਪਾਠ, ਮੰਤਰ ਜੰਤਰ, ਯੱਗਦਾਨ ਕਰਕੇ ਫਿਰ ਕਹਿੰਦੇ ਹੁਣ ਤੁਹਾਡਾ ਭਾਰ ਲੈ ਗਿਆ। ਉਹਨਾਂ ਪਖੰਡੀਆਂ ਨੂੰ ਕਬੀਰ ਭਗਤ ਜੀ ਸਮਝਾਉਂਦੇ ਨੇ, ਕਬੀਰ ਭਾਰ ਪਰਾਈ ਸਿਰ ਚੜ੍ਹੈ, ਪਰਾਈ ਨਿੰਦਿਆ ਦਾ ਭਾਰ ਤੁਹਾਡੇ ਸਿਰ ਉੱਤੇ ਚੜ੍ਹ ਰਿਹਾ ਹੈ। ਜਿਹੜੇ ਅਸਲੀ ਸਾਧੂ ਨੇ, ਸੱਚੇ ਸੁੱਚੇ ਜੀਵਨ ਵਾਲੇ ਨੇ, ਤੁਸੀਂ ਉਹਨਾਂ ਦੀ ਨਿੰਦਿਆ ਕਰਦੇ ਹੋ, ਫਿਰ ਹੋਰ ਲੋਕਾਂ ਦਾ ਭਾਰ ਆਪਣੇ ਸਿਰ 'ਤੇ ਚੁੱਕਦੇ ਹੋ। ਚਲਿਓ ਚਾਹੇ ਬਾਟ, ਜੇ ਕੋਈ ਬਹੁਤਾ ਭਾਰ ਸਿਰ ਉੱਤੇ ਚੱਕ ਕੇ ਕਿਸੇ ਰਸਤੇ ਉੱਤੇ ਚੱਲਣਾ ਚਾਹੇ, ਬਹੁਤਾ ਭਾਰ ਚੁੱਕ ਕੇ ਉਸ ਰਸਤੇ ਚੱਲਿਆ ਨਹੀਂ ਜਾ ਸਕਦਾ। ਆਪਣੇ ਭਾਰ ਹੈ ਨਾ ਡਰੈ, ਆਗੈ ਔਕਟ ਘਾਟ। ਲਓ ਭਗਤ ਕਬੀਰ ਜੀ ਫਰਮਾਉਂਦੇ ਨੇ, ਜਿਵੇਂ ਕਿਸੇ ਆਦਮੀ ਨੇ ਪਹਾੜੀ ਰਸਤਾ ਤੈਅ ਕਰਨਾ ਹੋਵੇ, ਫਰਜ਼ ਕਰੋ ਸ਼੍ਰੀ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਕਰਨੀ ਹੋਵੇ, ਉਸ ਵੇਲੇ ਆਦਮੀ ਦੇ ਕੋਲ ਜਿੰਨਾ ਘੱਟ ਭਾਰ ਹੋਵੇ ਉਨਾ ਹੀ ਉਹ ਸੌਖਾ ਰਸਤਾ ਤੈਅ ਕਰ ਸਕਦਾ ਹੈ। ਕਈ ਲੋਕ ਬਹੁਤ ਭਾਰੇ ਬੈਗ ਚੱਕ ਲੈਂਦੇ ਨੇ, ਪਰ ਉੱਥੇ ਜੇ ਤੇ ਕੋਈ ਭਾਰ ਚੱਕਣ ਵਾਲਾ ਮਿਲ ਗਿਆ ਤਾਂ ਠੀਕ ਹੈ, ਨਹੀਂ ਫਿਰ ਉਹ ਭਾਰ ਚੱਕ ਕੇ ਤੁਰਨਾ ਬਹੁਤ ਔਖਾ ਹੁੰਦਾ। ਇਸੇ ਲਈ ਭਗਤ ਜੀ ਸਿੱਖਿਆ ਦਿੰਦੇ ਨੇ, ਆਪਣੇ ਭਾਰ ਹੈ ਨਾ ਡਰੈ। ਤੁਸੀਂ ਆਪਣੇ ਭਾਰ ਤੋਂ ਤਾਂ ਡਰਦੇ ਨਹੀਂ। ਇਹਦਾ ਮਤਲਬ ਇਹ ਹੈ, ਜਿਹੜੇ ਤੁਸੀਂ ਝੂਠ ਬੋਲਦੇ ਹੋ, ਪਖੰਡ ਕਰਦੇ ਹੋ, ਲੋਕਾਂ ਦੇ ਨਾਲ 420 ਕਰਦੇ ਹੋ, ਲੋਕਾਂ ਨੂੰ ਗੁੰਮਰਾਹ ਕਰਦੇ ਹੋ, ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਲੁੱਟਦੇ ਹੋ, ਇਹ ਆਪਣੇ ਭਾਰ ਤੋਂ ਤਾਂ ਤੁਸੀਂ ਡਰਦੇ ਨਹੀਂ ਜੋ ਪਾਪ ਕਰ ਰਹੇ ਹੋ। ਤੁਹਾਨੂੰ ਪਤਾ ਹੈ ਆਗੇ ਔਕੜ ਘਾਟ, ਅੱਗੇ ਜਿਹੜਾ ਪਰਲੋਕ ਦਾ ਰਸਤਾ ਹੈ, ਔਕੜ ਦਾ ਅਰਥ ਹੈ ਬਹੁਤ ਕਠਿਨ, ਬਹੁਤ ਵਿਖੜਾਓ ਰਸਤਾ ਹੈ। ਜਿਵੇਂ ਕੋਈ ਡੂੰਘੀਆਂ ਖੱਡਾਂ ਵਿੱਚੋਂ ਦੀ ਲੰਘ ਕੇ ਜਾਣਾ ਪਵੇ, ਉੱਚੀਆਂ ਚੋਟੀਆਂ ਨੂੰ ਸਰ ਕਰਨਾ ਪਵੇ, ਇਸੇ ਤਰ੍ਹਾਂ ਦਾ ਪ੍ਰਲੋਕ ਦਾ ਰਸਤਾ ਹੈ। ਕਬੀਰ ਬਨ ਕੀ ਦਾਦੀ ਲਾਕਰੀ, ਠਾਡੀ ਕਰੈ ਪੁਕਾਰ। ਲੋਕ ਕਬੀਰ ਭਗਤ ਜੀ ਕਹਿੰਦੇ ਨੇ ਵੀ ਇੱਕ ਜੰਗਲ ਦੇ ਵਿੱਚ ਸੜੀ ਹੋਈ ਲੱਕੜ ਹੁੰਦੀ ਹੈ। ਖਾਸ ਕਰਕੇ ਜਿਹੜੇ ਲੁਹਾਰ ਲੋਕ ਨੇ ਉਹ ਲੱਕੜ ਦੇ ਕੋਲੇ ਬਣਾਉਂਦੇ ਨੇ, ਕਿਸੇ ਵਿਧੀ ਨਾਲ ਮਿੰਨੀ ਅੱਗ ਦੇ ਨਾਲ ਉਹ ਦਰਖਤਾਂ ਨੂੰ ਵੱਢ ਕੇ ਸਾੜਦੇ ਨੇ, ਫਿਰ ਉਹਦੇ ਕੋਲੇ ਬਣਾ ਕੇ ਆਪਣੀ ਭੱਠੀ ਤਪਾਉਂਦੇ ਸਨ। ਉਹ ਦ੍ਰਿਸ਼ਟਾਂਤ ਦਿੰਦੇ ਨੇ, ਕਬੀਰ ਬਨ ਕੀ ਦਾਦੀ ਲਾਕਰੀ, ਜੰਗਲ ਦੀ ਸੜੀ ਹੋਈ ਲੱਕੜੀ ਠੰਡੀ ਕਰੈ ਪੁਕਾਰ,
ਉਹ ਖਲੋਤੀ ਹੋਈ ਉੱਚੀ ਉੱਚੀ ਪੁਕਾਰ ਕਰ ਰਹੀ ਸੀ। ਮਤ ਬਸ ਪਰੋ ਲੋਹਾਰ ਕੇ ਜਾਰੈ ਦੂਜੀ ਬਾਰ। ਤੇ ਇੱਕ ਵਾਰੀ ਤੇ ਮੈਨੂੰ ਉਸਨੇ ਜੰਗਲ ਦੇ ਵਿੱਚ ਹੀ ਕੋਲੇ ਬਣਾਉਣ ਵਾਸਤੇ ਅੱਗ ਦੇ ਨਾਲ ਸਾੜ ਦਿੱਤਾ ਸੀ, ਪਰ ਹੁਣ ਰਹਿੰਦੀ ਖੂੰਦੀ ਜਿਹੜੀ ਕਸਰ ਹੈ ਉਹ ਹੁਣ ਭੱਠੀ ਵਿੱਚ ਪਾ ਕੇ ਕੱਢੇਗਾ। ਇਸੇ ਲਈ ਮੈਂ ਇਹ ਨਹੀਂ ਚਾਹੁੰਦੀ ਮੈਂ ਲੋਹਾਰ ਦੇ ਵਸ ਪੈ ਜਾਵਾਂ। ਜੇ ਮੈਂ ਲੋਹਾਰ ਦੇ ਵਸ ਪੈ ਗਈ, ਜਾਰਿਆ ਦੂਜੀ ਬਾਹਰੋਂ ਦੂਜੀ ਵਾਰ ਭੱਠੀ ਵਿੱਚ ਕੋਲੇ ਪਾ ਕੇ ਮੈਨੂੰ ਸਾੜ ਦੇਵੇਗਾ। ਇੱਕ ਵਾਰੀ ਤੇ ਸੜੇ ਹੀ ਹਾਂ, ਦੂਜੀ ਵਾਰ ਨਾ ਸੜਨਾ ਪਵੇ। ਅਥਵਾ ਇਸੇ ਤਰ੍ਹਾਂ ਸੰਸਾਰ ਜੰਗਲ ਹੈ, ਸਾਡੀ ਦੇਹ ਸੜੀ ਹੋਈ ਲੱਕੜ ਹੈ। ਸੜੀ ਲੱਕੜ ਕਿਵੇਂ ਹੈ? ਅਸੀਂ ਮਾਤਾ ਦੇ ਗਰਭ ਦੇ ਵਿੱਚ ਜਠਰਾਗਨ ਅਗਨੀ ਦੇ ਵਿੱਚ ਸੜ ਕੇ ਆਏ ਹਾਂ। ਮਤ ਬਸ ਪਰੋਂ ਲੋਹਾਰ ਕੇ ਹੁਣ ਸਾਡੀ ਦੇਹ ਸਾਡੀ ਜਿੰਦ ਉੱਚੀ ਉੱਚੀ ਰੌਲਾ ਪਾਉਂਦੀ ਹੈ ਵੀ ਮੈਂ ਹੁਣ ਜਮ ਰੂਪੀ ਲੋਹਾਰ ਦੇ ਵਸ ਨਾ ਪੈ ਜਾਵਾਂ। ਜਾ ਰਿਹਾ ਦੂਜੀ ਬਾਹਰੋਂ ਦੁਬਾਰਾ ਮੁੜ ਕੇ ਮੈਨੂੰ ਨਰਕਾਂ ਦੀ ਅੱਗ ਵਿੱਚ ਨਾ ਸਾੜੇ। ਗਰਭ ਦੀ ਅੱਗ ਦੇ ਵਿੱਚ ਤੇ ਮੈਂ ਪਹਿਲਾਂ ਹੀ ਸੜ ਚੁੱਕੀ ਹਾਂ, ਤੇ ਕਿਧਰੇ ਹੁਣ ਨਰਕਾਂ ਦੀ ਅੱਗ ਵਿੱਚ ਨਾ ਮੈਨੂੰ ਸੜਨਾ ਪਵੇ। ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮਰੰਤ ਹੈ ਚਾਰ। ਲੋਏ ਜਿਹੜਾ ਸ਼ਲੋਕ ਆ ਰਿਹਾ ਹੈ, ਇਹਨੂੰ ਸਮਝਣ ਦੇ ਵਾਸਤੇ ਜਿਹੜੇ ਪ੍ਰਾਚੀਨ ਵਿਦਵਾਨ ਸਨ, ਗਿਆਨੀ ਜਨ ਸਨ, ਉਹਨਾਂ ਨੇ ਇੱਕ ਅਲੰਕਾਰ ਵਰਤਿਆ, ਤੇ ਜਾਂ ਇਹਨੂੰ ਕਹਿ ਦਿਓ ਇੱਕ ਦ੍ਰਿਸ਼ਟਾਂਤ ਵਰਤਿਆ ਹੈ। ਉਹ ਦ੍ਰਿਸ਼ਟਾਂਤ ਕੀ ਹੈ? ਇੱਕ ਸ਼ਿਕਾਰੀ ਸ਼ਿਕਾਰ ਖੇਡਣ ਵਾਸਤੇ ਗਿਆ। ਅੱਗੇ ਉਸ ਨੂੰ ਇੱਕ ਹਰਣੀ ਨਜ਼ਰ ਆਈ। ਉਸ ਨੇ ਉਸ ਹਰਣੀ ਨੂੰ ਮਾਰਨ ਵਾਸਤੇ ਤੀਰ ਸਿੰਨਿਆ, ਤੇ ਜਦੋਂ ਉਸਨੇ ਹਰਣੀ ਨੂੰ ਤੀਰ ਮਾਰਿਆ, ਉਹਦੇ ਪੇਟ ਵਿੱਚ ਇੱਕ ਬੱਚਾ ਸੀ। ਮਾਰਿਆ ਤੇ ਹਰਣੀ ਨੂੰ ਸੀ, ਪਰ ਉਹ ਬੱਚਾ ਵੀ ਨਾਲ ਹੀ ਤੜਫ ਤੜਫ ਕੇ ਮਰ ਗਿਆ। ਫਿਰ ਉਸ ਤੋਂ ਬਾਅਦ ਸ਼ਿਕਾਰੀ ਨੂੰ ਇੱਕ ਸੱਪ ਨੇ ਡੰਗ ਮਾਰ ਦਿੱਤਾ, ਤੇ ਮਰਦੇ ਮਰਦੇ ਸ਼ਿਕਾਰੀ ਨੇ ਸੱਪ ਨੂੰ ਮਾਰ ਦਿੱਤਾ। ਹੁਣ ਸ਼ਿਕਾਰੀ ਵੀ ਤੇ ਸੱਪ ਦੀ ਵੀ ਮੌਤ ਹੋ ਗਈ। ਉਸ ਤੋਂ ਬਾਅਦ ਸ਼ਿਕਾਰੀ ਦੇ ਘਰ ਵਾਲੀ ਗਰਭਵਤੀ ਸੀ। ਉਹ ਆਪਣੇ ਪਤੀ ਨੂੰ ਭਾਲਦੀ ਭਾਲਦੀ ਜੰਗਲ ਵਿੱਚ ਆਈ। ਜਦੋਂ ਉਸਨੇ ਦੇਖਿਆ ਮੇਰਾ ਪਤੀ ਮਰਿਆ ਪਿਆ ਹੈ, ਉਹ ਵੀ ਉਸ ਪਤੀ ਦੇ ਵਿਛੋੜੇ ਨੂੰ ਨਾ ਝੱਲਦੀ ਹੋਈ ਉਹ ਵੀ ਮਰ ਗਈ। ਉਹਦੇ ਪੇਟ ਵਿੱਚ ਬੱਚਾ ਸੀ, ਉਹ ਵੀ ਮਰ ਗਿਆ। ਇਸ ਢੰਗ ਦੇ ਨਾਲ ਛੀਆਂ ਦੀ ਮੌਤ ਹੋਈ। ਇਹਨੂੰ ਦ੍ਰਿਸ਼ਟਾਂਤ ਕਹਿ ਲਓ, ਇਹਨੂੰ ਇੱਕ ਕਾਲ ਦਾ ਦ੍ਰਿਸ਼ ਕਹਿ ਲਓ, ਇਹਨੂੰ ਚਾਹੇ ਤੁਸੀਂ ਅਲੰਕਾਰ ਕਹਿ ਲਓ, ਇਹ ਸਮਝਣ ਵਾਸਤੇ ਹੁੰਦੇ ਨੇ। ਕਬੀਰ ਭਗਤ ਜੀ ਕਹਿੰਦੇ ਨੇ ਏਕ ਮਰੰਤੇ ਦੋਏ ਮੋਏ। ਸ਼ਿਕਾਰੀ ਨੇ ਇੱਕ ਹਰਣੀ ਨੂੰ ਤੀਰ ਮਾਰਿਆ ਸੀ, ਉਹਦੇ ਮਰਨ ਦੇ ਨਾਲ ਦੋ ਮਰ ਗਏ। ਹਰਣੀ ਦੀ ਵੀ ਮੌਤ ਹੋ ਗਈ, ਉਹਦਾ ਬੱਚਾ ਵੀ ਨਾਲ ਮਰ ਗਿਆ। ਦੋਏ ਮਰੰਤ ਹੈ ਚਾਰ। ਜਦੋਂ ਦੋਵੇਂ ਮਰ ਗਏ, ਉਧਰੋਂ ਸੱਪ ਨੇ ਸ਼ਿਕਾਰੀ ਦੇ ਡੰਗ ਮਾਰ ਦਿੱਤਾ, ਤੇ ਸ਼ਿਕਾਰੀ ਨੇ ਮਰਦੇ ਮਰਦੇ ਨੂੰ ਸੱਪ ਨੂੰ ਮਾਰ ਦਿੱਤਾ, ਤੇ ਦੋ ਮਰਨ ਤੋਂ ਬਾਅਦ ਚਾਰ ਹੋ ਗਏ। ਚਾਰਾਂ ਦੀ ਮੌਤ ਹੋ ਜਾਂਦੀ ਹੈ। ਚਾਰ ਮਰੰਤ ਹੈ ਸ਼ਹਿਮ ਹੋਏ। ਜਦੋਂ ਚਾਰ ਮਰੇ, ਚਾਰਾਂ ਤੋਂ ਬਾਅਦ ਸ਼ਿਕਾਰੀ ਦੇ ਘਰ ਵਾਲੀ ਆ ਗਈ। ਉਹਦੇ ਵੀ ਪੇਟ ਵਿੱਚ ਬੱਚਾ ਸੀ। ਉਹ ਪਤੀ ਦੇ ਵਿਛੋੜੇ ਨੂੰ ਨਾ ਝੱਲਦੀ ਹੋਈ ਉਹ ਵੀ ਮਰ ਗਈ। 6 ਮਰ ਗਏ। 4 ਪੁਰਖ ਦੋਏ ਨਾਰ, ਉਹਨਾਂ ਵਿੱਚੋਂ 4 ਪੁਰਖ ਸਨ ਤੇ 2 ਇਸਤਰੀਆਂ ਸਨ। 4 ਪੁਰਖ ਨਰ ਸਨ, ਪੁਲਿੰਗ ਸਨ। ਉਹ ਕਿਹੜੇ ਸਨ? ਇੱਕ ਸ਼ਿਕਾਰੀ, ਦੂਸਰਾ ਸੱਪ, ਤੀਜਾ ਹਰਣੀ ਦਾ ਬੱਚਾ ਨਰ, ਚੌਥਾ ਜਿਹੜਾ ਸ਼ਿਕਾਰੀ ਦਾ ਆਪਣਾ ਬੱਚਾ ਸੀ ਮਾਤਾ ਦੇ ਪੇਟ ਵਿੱਚ। ਇਹ 4 ਮਰਦ ਸਨ ਤੇ 2 ਇਸਤਰੀਆਂ ਸਨ, ਇੱਕ ਹਰਣੀ ਤੇ ਇੱਕ ਸ਼ਿਕਾਰੀ ਦੇ ਘਰ ਵਾਲੀ। ਇਹ 2 ਇਸਤਰੀਆਂ ਸਨ।
ਇਸ ਢੰਗ ਦੇ ਨਾਲ ਇਹਨਾਂ ਛੇਆਂ ਦੀ ਮੌਤ ਹੋ ਗਈ ਹੈ। ਪਰ ਹੁਣ ਇਹਦੇ ਵਿੱਚ ਅੰਤਰੀ ਭਾਵ ਕੀ ਹੈ? ਭਗਤ ਕਬੀਰ ਜੀ ਸਾਨੂੰ ਕੀ ਸਮਝਾਉਂਦੇ ਨੇ? ਕਾਲ ਦਾ ਦ੍ਰਿਸ਼ ਇਸੇ ਤਰ੍ਹਾਂ ਦਾ ਹੀ ਹੁੰਦਾ। ਜਿਵੇਂ ਇੱਕ ਵਾਰ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਜੀ ਦੇ ਨੇੜੇ ਗੁਰਦੁਆਰਾ ਬਭੌਰ ਸਾਹਿਬ ਹੈ, ਸਤਲੁਜ ਦਰਿਆ ਦੇ ਕੰਢੇ 'ਤੇ ਉੱਚੀ ਠੇਰੀ 'ਤੇ ਸਤਿਗੁਰੂ ਬੈਠੇ ਸਨ। ਕੁਦਰਤ ਦੇ ਦ੍ਰਿਸ਼ ਦੇਖ ਕੇ ਆਨੰਦ ਮਾਣ ਰਹੇ ਸਨ। ਬਭੌਰ ਸਾਹਿਬ ਦੇ ਬਿਲਕੁਲ ਪਹਾੜੀ ਦੇ ਹੇਠਾਂ ਸਤਲੁਜ ਦਰਿਆ ਖਹਿ ਕੇ ਲੰਘਦਾ ਹੈ। ਉਹਦੇ ਦੂਜੇ ਪਾਸੇ ਜੰਗਲ ਹੈ, ਇੱਕ ਪਾਸੇ ਨੈਣਾ ਦੇਵੀ ਦਾ ਉੱਚਾ ਪਹਾੜ ਵੀ ਹੈ। ਬੜਾ ਸੋਹਣਾ ਦ੍ਰਿਸ਼ ਹੈ। ਦਰਿਆ ਵੀ, ਜੰਗਲ ਦੀ ਹਰਿਆਵਲਤਾ, ਸੋਹਣੇ ਪਹਾੜ ਉੱਥੋਂ ਨਜ਼ਰ ਆਉਂਦੇ ਸਨ। ਜਦੋਂ ਸਤਿਗੁਰੂ ਕੁਦਰਤ ਦਾ ਨਜ਼ਾਰਾ ਮਾਣ ਰਹੇ ਸਨ ਤਾਂ ਉਸ ਵੇਲੇ ਇੱਕ ਬਾਰਾਂਸਿੰਗਾ ਪਾਣੀ ਪੀਣ ਵਾਸਤੇ ਆਇਆ। ਜਦੋਂ ਪਾਣੀ ਪੀਣ ਲੱਗਿਆ, ਪਾਣੀ ਵਿੱਚ ਇੱਕ ਮੱਛੀ ਸੀ, ਉਹ ਉੱਪਰ ਨੂੰ ਭੁੜਕੀ, ਉਹ ਬਾਰਾਂਸਿੰਗੇ ਦੇ ਸਿੰਗਾਂ ਵਿੱਚ ਫਸ ਗਈ। ਫਿਰ ਇੱਕ ਇੱਲ ਸੀ ਆਕਾਸ਼ ਦੇ ਵਿੱਚ ਉੱਡੀ ਜਾਂਦੀ, ਉਹਦੀ ਨਿਗਾਹ ਪੈ ਗਈ। ਉਹ ਇੱਲ ਮੱਛੀ ਨੂੰ ਝਪਟੀ, ਬੜੀ ਤੇਜ਼ੀ ਦੇ ਨਾਲ ਹੇਠਾਂ ਡਿੱਗੀ ਅਤੇ ਉਹ ਵੀ ਸ਼ਿਕਾਰੀ ਦੇ ਸਿੰਗਾਂ ਵਿੱਚ ਹੀ ਫਸ ਕੇ ਰਹਿ ਗਈ। ਬਾਰਾਂਸਿੰਗੇ ਦੇ ਸਿੰਗਾਂ ਵਿੱਚ ਫਸ ਕੇ ਮਰ ਗਈ। ਇਹ ਕੌਤਕ ਨੂੰ ਦੇਖ ਕੇ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਵੀ ਇਹ ਕਾਲ ਦਾ ਦ੍ਰਿਸ਼ ਇਉਂ ਪੇਸ਼ ਕੀਤਾ ਸੀ। ਜਲ ਕਹਾਂ ਥਲ ਕਹਾਂ ਗगन के गौन कहाँ, ਕਾਲ ਕੇ ਬਣਾਏ ਸਭ ਕਾਲ ਹੀ ਚਬਾਹੇਂਗੇ। ਇਸੇ ਤਰ੍ਹਾਂ ਕਬੀਰ ਭਗਤ ਜੀ ਨੇ ਇਹ ਕਾਲ ਦਾ ਦ੍ਰਿਸ਼ ਪੇਸ਼ ਕੀਤਾ। ਅੰਤਰੀਵ ਅਰਥ ਇਸ ਸ਼ਲੋਕ ਦੇ ਮਹਾਂਪੁਰਖੀ ਕਰਦੇ ਸਨ। ਕਬੀਰ ਏਕ ਮਰੰਤੇ, ਜਦੋਂ ਕੋਈ ਵੀ ਸਾਧਕ ਜਗਿਆਸੂ ਆਪਣੇ ਅੰਦਰੋਂ ਇੱਕ ਹੰਕਾਰ ਨੂੰ ਮਾਰ ਦਿੰਦਾ ਹੈ, ਇੱਕ ਦੇ ਮਰਨ ਦੇ ਨਾਲ ਦੋਏ ਮਰੇ, ਦੋ ਮਰ ਜਾਂਦੇ ਨੇ। ਹੰਕਾਰ ਦੇ ਨਾਲ ਦੇਹ ਦੇ ਆਸ ਵੀ ਨਾਲ ਹੀ ਮਰ ਜਾਂਦਾ ਹੈ। ਦੋਏ ਮਰੰਤ ਹੈ ਚਾਰ, ਇਹਨਾਂ ਦੋਹਾਂ ਦੇ ਮਰਨ ਦੇ ਨਾਲ ਚਾਰ ਹੋਰ ਵੀ ਮਰਦੇ ਨੇ। ਉਹ ਚਾਰ ਕਿਹੜੇ ਨੇ? ਹੰਕਾਰ ਪਹਿਲਾਂ ਆ ਗਿਆ, ਕਾਮ, ਕ੍ਰੋਧ, ਲੋਭ ਅਤੇ ਮੋਹ, ਇਹ ਵੀ ਨਾਲ ਹੀ ਚਾਰੇ ਮਰ ਜਾਂਦੇ ਨੇ। ਚਾਰ ਮਰੰਤਾ ਸਹਿਮ ਹੋਏ, ਚਾਰਾਂ ਦੇ ਮਰਨ ਤੋਂ ਬਾਅਦ 6 ਮਰ ਜਾਂਦੇ ਨੇ। ਉਹ 6 ਕਿਹੜੇ ਨੇ? ਜਨਮ, ਮਰਨ, ਹਰਖ ਅਤੇ ਸ਼ੋਕ, 4 ਇਹ, ਅਤੇ 2 ਭੁੱਖ ਅਤੇ ਤ੍ਰੇ, ਜਿਹਨੂੰ ਸ਼ੁੱਧਾ ਅਤੇ ਪਪਾਸਾ ਵੀ ਵਿਦਵਾਨਾਂ ਨੇ ਲਿਖੀ ਹੈ, ਉਹ ਵੀ ਨਾਲ ਹੀ ਮਰ ਜਾਂਦੇ ਨੇ। 4 ਪੁਰਖ ਦੋਏ ਨਾਰ, ਉਹਨਾਂ ਵਿੱਚੋਂ 4 ਪੁਰਖ ਨੇ, ਪੁਲਿੰਗ ਸ਼ਬਦ ਨੇ, ਜਨਮ, ਮਰਨ, ਹਰਖ ਅਤੇ ਸ਼ੋਕ। ਸ਼ੁੱਧਾ ਅਤੇ ਪਪਾਸਾ, ਭੁੱਖ ਅਤੇ ਤ੍ਰੇ, ਇਹ 2 ਇਸਤਰੀ ਲਿੰਗ ਨੇ। ਇਸ ਢੰਗ ਦੇ ਨਾਲ ਵੀ ਅਰਥ ਕੀਤਾ ਹੈ। ਇਹ ਅੰਤਰੀਵ ਅਰਥ ਨੇ। ਤੀਜਾ ਅਰਥ ਕੁਛ ਵਿਦਵਾਨਾਂ ਨੇ ਇਉਂ ਵੀ ਕੀਤਾ ਹੈ। ਕਬੀਰ ਏਕ ਮਰਨ ਤੇ ਦੋਏ ਮੋਏ। ਪਹਿਲਾਂ ਇੱਕ ਰਾਗ ਮਰਿਆ, ਰਾਗ ਤੋਂ ਭਾਵ ਹੈ ਮੋਹ। ਪਹਿਲਾਂ ਮੋਹ ਖਤਮ ਹੋਇਆ, ਮੋਹ ਦੇ ਖਤਮ ਹੋਣ ਦੇ ਨਾਲ ਦੋਏ ਮੋਏ। ਉਹਦੇ ਨਾਲ ਦਾ ਦੂਜਾ ਸਾਥੀ ਦਵੈਸ਼, ਰਾਗ ਤੇ ਦਵੈਸ਼। ਰਾਗ ਦੇ ਮੋਹ ਦੇ ਮਰਨ ਦੇ ਨਾਲ ਦਵੈਸ਼ ਵੀ, ਸ਼ਰੀਕਾਪਨ, ਦੁਸ਼ਮਣੀ ਦਾ ਭਾਵ, ਉਹ ਵੀ ਨਾਲ ਹੀ ਖਤਮ ਹੋ ਜਾਂਦਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਇੱਕ ਦੇ ਮਰਨ ਦੇ ਨਾਲ 2 ਮਰ ਗਏ, ਰਾਗ ਦੇ ਨਾਲ ਦਵੈਸ਼ ਵੀ ਨਾਲ ਹੀ ਮਰ ਗਈ। ਦੋਏ ਮਰਨ ਤੇ 4, ਇਹਨਾਂ ਦੋਹਾਂ ਦੇ ਮਰਨ ਦੇ ਨਾਲ 2 ਹੋਰ ਰਲ ਗਏ। 2 ਹੋਰ ਕਿਹੜੇ ਸਨ? ਉਹ ਸੀ ਹਰਖ ਤੇ ਸ਼ੋਕ, ਉਹ ਵੀ ਨਾਲ ਮਰ ਗਏ। ਇਹ ਹੁਣ 4 ਹੋ ਗਏ, 2 ਪਹਿਲੇ ਤੇ 2 ਹੋਰ ਨਵੇਂ। 4 ਮਰਨ ਤਾਂ ਸਹਿਮ ਹੋਏ। ਇਹਨਾਂ ਚਾਰਾਂ ਦੇ ਮਰਨ ਦੇ ਨਾਲ 2 ਹੋਰ ਨਾਲ ਮਰ ਗਏ। ਉਹ ਕੀ ਸੀ? ਆਸਾ ਤੇ ਤ੍ਰਿਸ਼ਨਾ। ਇਹ 6 ਹੋ ਗਏ ਸਾਰੇ ਰਲ ਕੇ। 4 ਪੁਰਖ ਦੋਏ ਨਰ, ਇਹਨਾਂ ਵਿੱਚੋਂ 4 ਤਾਂ ਪੁਰਖ ਸਨ, ਰਾਗ ਤੇ ਦਵੈਸ਼, ਇਹ ਵੀ ਪੁਲਿੰਗ ਤੇ ਮਰਨ, ਅਥਵਾ ਹਰਖ ਤੇ ਸ਼ੋਕ, ਇਹ ਵੀ ਪੁਲਿੰਗ ਨੇ।
ਆਸਾ ਤੇ ਤ੍ਰਿਸ਼ਨਾ ਦੋ ਇਸਤਰੀਆਂ ਨੇ, ਇਹ ਵੀ ਨਾਲ ਹੀ ਮਰ ਜਾਂਦੀਆਂ ਹਨ। ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨਾ ਪਾਇਆ ਠੌਰ। ਲੋਕ ਕਬੀਰ ਭਗਤ ਜੀ ਫਰਮਾਉਂਦੇ ਨੇ ਵੀ ਮੈਂ ਤੇ ਆਪਣੇ ਰਹਿਣ ਲਈ ਸਦਾਵੀ ਟਿਕਾਣਾ ਭਾਲਦਾ ਸੀ। ਮੈਂ ਸਾਰੇ ਸੰਸਾਰ ਨੂੰ ਢੂੰਡ ਢੂੰਡ ਕੇ ਦੇਖਿਆ, ਬੜੇ ਗੌਰ ਦੇ ਨਾਲ, ਬੜੇ ਗੌਰ ਦੇ ਨਾਲ ਸਾਰੇ ਸੰਸਾਰ ਨੂੰ ਦੇਖ ਦੇਖ ਕੇ ਢੂੰਡਿਆ, ਕਹੂੰ ਨਾ ਪਾਇਆ ਠੌਰ। ਪਰ ਮੈਨੂੰ ਕਦੀ ਵੀ ਉਹ ਟਿਕਾਣਾ ਨਹੀਂ ਮਿਲਿਆ ਜਿੱਥੇ ਜਾ ਕੇ ਕਾਲ ਦਾ, ਮੌਤ ਦਾ ਭੈ ਦੂਰ ਹੋ ਜਾਵੇ। ਜਿਨ ਹਰ ਕਾ ਨਾਮ ਨਾ ਚੇਤਿਓ, ਕਹਾ ਭੁਲਾਨੇ ਔਰ। ਫਿਰ ਇਸ ਗੱਲ ਦਾ ਪਤਾ ਲੱਗਿਆ ਵੀ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਬਿਨ ਹਰ ਨਾਮ ਨਾ ਬਾਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਭਲਾ ਹੈ। ਫਿਰ ਮੈਂ ਨਾਮ ਦੇ ਨਾਲ ਜੁੜਿਆ। ਹੁਣ ਭਗਤ ਜੀ ਕਹਿੰਦੇ ਨੇ ਜਿਨ ਹਰ ਕਾ ਨਾਮ ਨਾ ਚੇਤਿਓ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕੀਤਾ, ਕਹਾਂ ਭੁਲਾਨੇ ਔਰ, ਉਹ ਲੋਕ ਹੋਰ ਥਾਂ 'ਤੇ ਕਿਉਂ ਭੁੱਲੇ ਭਟਕੇ ਫਿਰਦੇ ਨੇ। ਨਾਮ ਤੋਂ ਬਿਨਾਂ ਕਦੇ ਵੀ ਸੁੱਖ ਦਾ ਮੁਕਾਮ ਹਾਸਲ ਨਹੀਂ ਹੋ ਸਕਦਾ। ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਵਾਹੋ। ਲੋ ਭਗਤ ਜੀ ਸਾਨੂੰ ਸਿੱਖਿਆ ਦਿੰਦੇ ਹਨ, ਗੁਰਮੁਖੋ ਜੇ ਸੰਗਤ ਕਰਨੀ ਹੈ ਤੇ ਚੰਗੇ ਮਹਾਂਪੁਰਖਾਂ ਦੀ ਸੰਗਤ ਕਰੋ, ਪਖੰਡੀਆਂ ਦੀ ਨਹੀਂ। ਨਾਨਕ ਕੱਚੜਿਆਂ ਸੋਂ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵਨ ਦੇ ਵਿਛੜਾ ਹੈ, ਓਏ ਮੋਇਆ ਨਾ ਜਾਹੀਂ ਛੋੜ। ਜੇ ਸੰਗਤ ਕਰਨੀ ਹੈ ਚੰਗੇ ਮਹਾਂਪੁਰਖਾਂ ਦੀ ਸੰਗਤ ਕਰੋ, ਅੰਤ ਕਰੈ ਨਿਰਬਾਹੋ। ਉਹਨਾਂ ਮਹਾਂਪੁਰਖਾਂ ਦੀ ਸੰਗਤ ਆਉਂਦੇ ਸਮੇਂ ਵੀ ਨਿਰਬਾਹ ਕਰੇਗੀ। ਭਾਵ ਲੋਕ ਤੇ ਪ੍ਰਲੋਕ ਵਿੱਚ ਮਹਾਂਪੁਰਖ ਤੁਹਾਡੀ ਸਹਾਇਤਾ ਕਰਨਗੇ। ਮਹਾਂਪੁਰਖ ਮਰਨ ਤੋਂ ਬਾਅਦ ਪ੍ਰਲੋਕ ਵਿੱਚ ਵੀ ਸਾਡੀ ਸਹਾਇਤਾ ਕਰਨ ਲਈ ਸਮਰੱਥ ਹੁੰਦੇ ਨੇ। ਅਸਲੀ ਸੱਜਣਾ ਦੀ ਨਿਸ਼ਾਨੀ ਇਹ ਹੈ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗਿਆ ਤਿੱਥੈ ਖੜੇ ਦਸਨ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈਓ ਦੂਤ। ਭਾਈ ਪ੍ਰਾਣਾ ਜੀ ਨੇ ਇੱਕ ਪਟਵਾਰੀ ਦੀ ਪ੍ਰਲੋਕ ਵਿੱਚ ਵੀ ਸਹਾਇਤਾ ਕੀਤੀ ਸੀ। ਇਸ ਵਾਸਤੇ ਚੰਗੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਸਾਕਤ ਸੰਗ ਨਾ ਕੀਜੀਐ, ਜਾਤੇ ਹੋਏ ਬਿਨਾਹੋ। ਭਾਈ ਸਾਕਤ ਪੁਰਸ਼ ਦੀ ਸੰਗਤ ਕਦੇ ਵੀ ਨਾ ਕਰੋ। ਸਾਕਤ ਦੇ ਨਾਲ ਕਦੇ ਵੀ ਕੋਈ ਗੱਲਬਾਤ ਦੀ ਸਾਂਝ ਨਾ ਕਰੋ। ਜਾਂ ਤੇ ਹੋਏ ਬਣਾਓ, ਜਿਸ ਕਰਕੇ ਭਾਈ ਤੁਸੀਂ ਬਰਬਾਦ ਹੋ ਜਾਵੋਗੇ, ਤਬਾਹ ਹੋ ਜਾਵੋਗੇ, ਤੁਹਾਡਾ ਸਾਰਾ ਜੀਵਨ ਵਿਅਰਥ ਚਲਿਆ ਜਾਵੇਗਾ। ਕਬੀਰ ਜਗ ਮਹਿ ਚੇਤਿਓ ਜਾਨ ਕੈ, ਜਗ ਮਹਿ ਰਹਿਓ ਸਮਾਏ। ਲੋ ਭਗਤ ਜੀ ਕਹਿੰਦੇ ਨੇ, ਗੁਰਮੁਖੋ ਜਾਣ ਕੇ, ਇਸ ਗੱਲ ਨੂੰ ਜਾਣ ਕੇ, ਕਿਹੜੀ ਗੱਲ ਨੂੰ? ਜਗ ਮਹਿ ਰਹਿਆ ਸਮਾਏ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜਗਤ ਵਿੱਚ ਸਮਾਰਿਆ ਹੈ। ਕਿ ਸਰਬੱਤਰ ਦਿਸ ਹੈ, ਕਿ ਸਰਬੱਤਰ ਭੇਸ ਹੈ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਇਹ ਜਾਣ ਕੇ ਵੀ ਉਹ ਸਾਰੇ ਸੰਸਾਰ ਵਿੱਚ ਹੀ ਵਸ ਰਿਹਾ ਹੈ, ਅਤੇ ਅਸੀਂ ਉਸ ਵਾਹਿਗੁਰੂ ਨੂੰ ਚੇਤੇ ਕੀਤਾ ਹੈ, ਉਸ ਨੂੰ ਹਾਜ਼ਰ ਨਾਜ਼ਰ ਸਰਵ ਵਿਆਪਕ ਸਮਝ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ। ਜਿਨ ਹਰ ਕਾ ਨਾਮ ਨਾ ਚੇਤਿਓ, ਬਾਧਹਿ ਜਨਮੇ ਆਏ। ਕਬੀਰ ਭਗਤ ਜੀ ਫਰਮਾਉਂਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਨਾ ਕੀਤਾ, ਬਾਧਹਿ ਜਨਮੇ ਆਏ, ਵੀ ਉਹ ਆ ਕੇ ਜੰਮੇ ਵਿਅਰਥੀ ਨੇ। ਉਹਨਾਂ ਦਾ ਸੰਸਾਰ ਵਿੱਚ ਆਉਣਾ ਵੀ ਤੇ ਜੰਮਣਾ ਵੀ ਬੇਮੈਨਾ ਹਾਂ, ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਕਬੀਰ ਆਸਾ ਕਰੀਐ RAM ਕੀ, ਅਵਰੈ ਆਸ ਨਿਰਾਸ। ਕਬੀਰ ਭਗਤ ਜੀ ਫਰਮਾਉਂਦੇ ਨੇ, ਗੁਰਮੁਖੋ ਸਾਨੂੰ ਇੱਕ ਵਾਹਿਗੁਰੂ ਪਰਮੇਸ਼ਰ ਦੀ ਆਸ ਹੀ ਕਰਨੀ ਚਾਹੀਦੀ ਹੈ। ਸਭ ਕੋ ਆਸਾ ਤੇਰੀ ਬੈਠਾ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ। ਇੱਕੋ ਵਾਹਿਗੁਰੂ ਦੀ ਆਸ ਟੇਕ
ਓਟ ਰੱਖਣੀ ਚਾਹੀਦੀ ਹੈ। ਅਵਰਾ ਆਸ ਨਿਰਾਸ਼ ਜਿਹੜੇ ਹੋਰ ਦੇਵੀ ਦੇਵਤੇ ਨੇ, ਸ਼ਹੀਦ ਮੁਰੀਦ ਨੇ, ਪਖੰਡੀ ਲੋਕ ਨੇ, ਉਹਨਾਂ ਦੀ ਆਸ ਤੋਂ ਨਿਰਾਸ਼ ਹੋ ਜਾਣਾ ਚਾਹੀਦਾ ਹੈ। ਦੁਬਦਾ ਨਾ ਪੜ੍ਹੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ। ਹੋਰ ਕਿਹੜੇ ਨੇ? ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਹਿੜਵਸ ਬਾਬੇ ਨਾਨਕ ਦੀ। ਹੋਰ ਆਸਾ ਤੋਂ ਨਿਰਾਸ਼ ਹੋ ਜਾਣਾ ਚਾਹੀਦਾ ਹੈ। ਨਰਕ ਪਰਹਿ ਤੇ ਮਾਨਈ, ਜੋ ਹਰ ਨਾਮ ਉਦਾਸ। ਭਗਤ ਕਬੀਰ ਜੀ ਫਰਮਾਉਂਦੇ ਨੇ, ਉਹ ਪੁਰਖ ਜਿਹੜੇ ਵਾਹਿਗੁਰੂ ਦੇ ਨਾਮ ਤੋਂ ਉਦਾਸ ਰਹਿੰਦੇ ਨੇ। ਕਈ ਇਹੋ ਜਿਹੇ ਵੀ ਸੱਜਣ ਮਿਲ ਜਾਂਦੇ ਨੇ, ਅਸੀਂ ਜੀ ਬੜੇ ਦੁਖੀ ਹਾਂ, ਬੜੇ ਪਰੇਸ਼ਾਨ ਹਾਂ, ਸਾਡੇ ਘਰ ਦਾ ਮਾਹੌਲ ਠੀਕ ਨਹੀਂ ਹੈ, ਸਾਡੀ ਸਿਹਤ ਵੀ ਠੀਕ ਨਹੀਂ ਰਹਿੰਦੀ। ਅਤੇ ਜਦੋਂ ਉਹਨਾਂ ਨੂੰ ਆਖੀਦਾ ਭਾਈ ਤੁਸੀਂ ਬਾਣੀ ਪੜ੍ਹੋ, ਨਿਤਨੇਮ ਕਰਿਆ ਕਰੋ, ਚੌਪਈ ਸਾਹਿਬ ਦੇ ਪਾਠ ਕਰੋ, ਸੁਖਮਨੀ ਸਾਹਿਬ ਪੜ੍ਹਿਆ ਕਰੋ, ਕਹਿੰਦੇ ਜੀ ਬਾਣੀ 'ਚ ਮਨ ਨਹੀਂ ਲੱਗਦਾ, ਬਾਣੀ ਪੜ੍ਹਨ ਨੂੰ ਦਿਲ ਨਹੀਂ ਕਰਦਾ। ਆਹ ਲੋਕਾਂ ਦਾ ਹਾਲ ਹੈ। ਲੋ ਭਗਤ ਕਬੀਰ ਜੀ ਫਰਮਾਉਂਦੇ ਹਨ, ਜਿਹੜੇ ਵਾਹਿਗੁਰੂ ਦੇ ਨਾਮ ਤੋਂ ਉਦਾਸ ਉਪਰਾਮ ਹੋ ਜਾਂਦੇ ਨੇ, ਜਿਨ੍ਹਾਂ ਦਾ ਨਾਮ ਦੇ ਵਿੱਚ ਮਨ ਜੁੜਦਾ ਨਹੀਂ, ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਨਹੀਂ ਬਣਦਾ, ਨਰਕ ਪਰੈ ਤੇ ਮਾਨੀ। ਮਾਨੀ ਦਾ ਅਰਥ ਹੈ ਉਹ ਮਨੁੱਖ, ਉਹ ਪੁਰਸ਼ ਭਾਈ ਨਰਕਾਂ ਵਿੱਚ ਜਾ ਕੇ ਪੈਂਦੇ ਹਨ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਓ ਨਾ ਮੀਤ। ਲੋ ਭਗਤ ਕਬੀਰ ਜੀ ਹੁਣ ਉਹਨਾਂ ਪਖੰਡੀਆਂ ਨੂੰ ਉਪਦੇਸ਼ ਦਿੰਦੇ ਹਨ, ਜਿਹੜੇ ਤਾਂ ਤੁਰੇ ਤਾਂ ਅਸੀਂ ਰੱਬ ਨੂੰ ਮਿਲਣ ਵਾਸਤੇ ਵੀ ਭਗਤੀ ਕਰਾਂਗੇ, ਪਰਮੇਸ਼ਰ ਨੂੰ ਮਿਲਾਂਗੇ, ਪਰ ਜਦੋਂ ਮਾੜੀ ਮੋਟੀ ਰਿੱਧੀ ਸਿੱਧੀ ਆ ਗਈ, ਫਿਰ ਸਿੱਖੀ ਸੇਵਕੀ ਦੇ ਮੋਹ ਦੇ ਵਿੱਚ ਫਸ ਜਾਂਦੇ ਨੇ। ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਚਾਅ ਪੈਦਾ ਹੁੰਦਾ ਹੈ, ਇਹ ਇੱਕ ਤੀਬਰ ਖਿਆਲ ਪੈਦਾ ਹੁੰਦਾ ਹੈ ਬਈ ਵੱਧ ਤੋਂ ਵੱਧ ਅਸੀਂ ਆਪਣੀ ਸਿੱਖੀ ਸੇਵਕੀ ਨੂੰ ਵਧਾਈਏ, ਚੇਲੇ ਚਾਟੜੇ ਬਣਾਈਏ, ਡੇਰੇ ਬਣਾਈਏ, ਠਾਠ ਬਣਾਈਏ, ਆਸ਼ਰਮ ਬਣਾਈਏ। ਇਹ ਉਹਨਾਂ ਦੇ ਮਨ ਦੇ ਵਿੱਚ ਇੱਛਾ ਜਾਗ ਪੈਂਦੀ ਹੈ। ਉਹਨਾਂ ਨੂੰ ਭਗਤ ਕਬੀਰ ਜੀ ਫਰਮਾਉਂਦੇ ਹਨ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਬਈ ਤੁਸੀਂ ਆਪਣੀ ਸਿੱਖੀ ਸੇਵਕੀ ਚੇਲੇ ਚਾਟੜੇ ਤਾਂ ਬਹੁਤ ਬਣਾ ਲਏ ਨੇ, ਕੇਸੋ ਕੀਓ ਨਾ ਮੀਤ। ਜੋ ਕੇਸਾ ਤਾਰੀ ਵਾਹਿਗੁਰੂ ਹੈ, ਉਹਨੂੰ ਆਪਣਾ ਮਿੱਤਰ ਨਹੀਂ ਬਣਾਇਆ। ਚਾਹੀਦਾ ਇਹ ਸੀ ਵਾਹਿਗੁਰੂ ਨੂੰ ਮਿੱਤਰ ਬਣਾਉਂਦੇ। ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕੁਛ ਤਿਸਕੇ ਗ੍ਰਹਿ ਮੈਂ ਆਇਆ। ਜਾ ਕਾ ਮੀਤ ਸਾਜਣ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਵਾਹਿਗੁਰੂ ਨੂੰ ਮਿੱਤਰ ਬਣਾਉਣਾ ਸੀ, ਪਰ ਉਸ ਵਾਹਿਗੁਰੂ ਨੂੰ ਆਪਣਾ ਮਿੱਤਰ ਨਹੀਂ ਬਣਾਇਆ ਅਤੇ ਆਪਣੇ ਚੇਲੇ ਚਾਟੜੇ ਬਣਾਉਣ ਲੱਗ ਪਏ। ਚਾਲੇ ਥੇ ਹਰ ਮਿਲਨ ਕੋ, ਬੀਚੈ ਅਟਕਿਓ ਚੀਤ। ਭਗਤ ਕਬੀਰ ਜੀ ਫਰਮਾਉਂਦੇ ਨੇ, ਚੱਲੇ ਤਾਂ ਅਸੀਂ ਵਾਹਿਗੁਰੂ ਨੂੰ ਮਿਲਣ ਵਾਸਤੇ, ਪਰ ਉੱਥੋਂ ਤੱਕ ਪਹੁੰਚੇ ਨਹੀਂ। ਬੀਚੈ ਅਟਕਿਓ ਚੀਤ, ਅਤੇ ਅੱਧ ਵਿਚਕਾਰ ਹੀ ਉਹਨਾਂ ਦਾ ਚਿੱਤ ਫਸ ਗਿਆ, ਅਟਕ ਗਿਆ, ਅੱਧ ਵਿਚਾਲੇ ਹੀ ਰਹਿ ਗਏ। ਇਹਦਾ ਮਤਲਬ ਇਹ ਹੈ, ਜਿਵੇਂ ਕੋਈ ਆਦਮੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਚਲਿਆ ਜਾਵੇ ਅਤੇ ਰਸਤੇ ਦੇ ਵਿੱਚ ਹੀ ਕੋਈ ਸੋਹਣਾ ਦ੍ਰਿਸ਼ ਦੇਖ ਕੇ, ਕੋਈ ਸੋਹਣਾ ਮੁਕਾਮ ਦੇਖ ਕੇ ਉੱਥੇ ਹੀ ਰਹਿ ਜਾਵੇ। ਉਹ ਕਹਿੰਦਾ ਚਲੋ ਹੁਣ ਆਪਾਂ ਸੱਚਖੰਡ ਜਾ ਕੇ ਕੀ ਲੈਣਾ, ਇੱਥੇ ਮੌਜਾਂ ਮਾਣਦੇ ਹਾਂ। ਇਸੇ ਤਰ੍ਹਾਂ ਬਹੁਤੇ ਲੋਕ ਚਾਹੁੰਦੇ ਤਾਂ ਇਹ ਹੁੰਦੇ ਨੇ, ਪਹਿਲਾਂ ਇੱਛਾ ਇਹੀ ਹੁੰਦੀ ਆ ਵੀ ਭਗਤੀ ਕਰਕੇ ਪਰਮੇਸ਼ਰ ਨੂੰ ਮਿਲਣਾ। ਫਿਰ ਰਿੱਧੀ ਸਿੱਧੀ ਦੇ ਬਲ ਦੇ ਨਾਲ ਸਿੱਖੀ ਸੇਵਕੀ ਵਧਾਉਣ ਲੱਗ ਜਾਂਦੇ ਨੇ, ਅਤੇ ਫਿਰ ਉਹਨਾਂ ਦਾ ਚਿੱਤ ਵੀ ਅੱਧ ਵਿਚਾਲੇ ਰੁਕ ਜਾਂਦਾ ਹੈ, ਆਪਣੀ ਮੰਜ਼ਿਲ 'ਤੇ ਵਾਹਿਗੁਰੂ ਤੱਕ ਨਹੀਂ ਪਹੁੰਚ ਸਕਦੇ। ਕਬੀਰ ਕਾਰਨ ਬਪੁਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਏ। ਲੋ ਕਬੀਰ ਜੀ ਕਹਿੰਦੇ ਨੇ, ਕਈ ਵਾਰੀ ਕੋਈ ਆਦਮੀ ਜਦੋਂ ਕੋਈ ਦੁਨਿਆਵੀ ਕਾਰਜ ਕਰਦਾ ਹੈ ਅਤੇ ਉਸ ਵੇਲੇ ਕੋਈ ਨਾ ਕੋਈ ਸਹਾਇਤਾ ਚਾਹੁੰਦਾ ਹੈ, ਅਤੇ ਫਿਰ ਉਸ ਨੂੰ ਉਸ ਕਾਰਜ ਨੂੰ ਸੰਪੂਰਨ ਕਰਨ ਦੇ ਲਈ ਕੋਈ ਨਾ ਕੋਈ ਵਸੀਲੇ ਵੀ ਤਿਆਰ ਕਰਦਾ ਹੈ। ਪਰ ਭਗਤ ਜੀ ਸਾਨੂੰ ਇੱਕ ਨੁਕਤਾ ਸਮਝਾਉਂਦੇ ਨੇ, ਕਾਰਨ ਤੋਂ ਭਾਵ ਹੈ ਵਸੀਲਾ, ਬਹਾਨਾ, ਸਬੱਬ। ਵੀ ਉਹ ਵਸੀਲਾ ਵਿਚਾਰਾ ਕੀ ਕਰ ਸਕਦਾ ਹੈ, ਜੋ ਰਾਮ ਨਾ ਕਰੈ ਸਹਾਏ।
ਜੇ ਰਾਮ ਵਾਹਿਗੁਰੂ ਉਹਦੇ ਵਿੱਚ ਸਹਾਇਤਾ ਨਹੀਂ ਕਰਦਾ। ਜਿਹ ਜਿਹ ਡਾਲੀ ਪਗ ਧਰੋ ਸੋਈ ਮੁਰ ਮੁਰ ਜਾਏ। ਉਹਦੀ ਤਾਂ ਹਾਲਤ ਉਸ ਪੁਰਸ਼ ਵਰਗੀ ਹੈ। ਕੋਈ ਛੋਟਾ ਦਰਖਤ ਹੈ, ਉਹਦੀਆਂ ਟਾਹਣੀਆਂ ਬੜੀਆਂ ਨਾਜ਼ੁਕ ਨੇ ਅਤੇ ਕਮਜ਼ੋਰ ਵੀ ਹਨ। ਉਹ ਚਾਹੁੰਦਾ ਹੈ ਮੈਂ ਇਸ ਵਿਸ਼ ਦੀ ਟੀਸੀ 'ਤੇ ਲੱਗੇ ਫਲ ਨੂੰ ਤੋੜ ਕੇ ਖਾਵਾਂ। ਹੁਣ ਉਹ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਪਰ ਟਾਹਣੀਆਂ ਭਾਰ ਨਹੀਂ ਚੱਲਦੀਆਂ। ਕਬੀਰ ਭਗਤ ਜੀ ਕਹਿੰਦੇ ਨੇ, ਜਿਵੇਂ ਕਿਸੇ ਕਮਜ਼ੋਰ ਨਵੇਂ ਵਿਸ਼ ਦੀਆਂ ਟਾਹਣੀਆਂ 'ਤੇ ਚੜ੍ਹ ਕੇ ਕੋਈ ਟੀਸੇ 'ਤੇ ਫਲ ਲੱਗੇ ਨੂੰ ਤੋੜਨ ਦੀ ਇੱਛਾ ਰੱਖਦਾ ਹੈ, ਜਿਹੜੀ ਜਿਹੜੀ ਡਾਲੀ ਟਾਹਣੀ ਤੋਂ ਪੈਰ ਰੱਖਦਾ ਹੈ ਸੋਈ ਮੁੜ ਜਾਏ। ਉਹੀ ਮੁੜ ਜਾਂਦੀ ਹੈ, ਉਹ ਲਿਫ ਜਾਂਦੀ ਹੈ, ਟੁੱਟ ਜਾਂਦੀ ਹੈ, ਭਾਰ ਨਹੀਂ ਚੱਲਦੀ। ਉਹ ਕਿਵੇਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ? ਕਬੀਰ ਭਗਤ ਜੀ ਕਹਿੰਦੇ ਨੇ ਵੀ ਜਿੰਨੇ ਕਾਰਨ ਨੇ, ਵਸੀਲੇ ਨੇ, ਭਾਵ ਹਰ ਆਦਮੀ ਦੂਜੇ ਤੋਂ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ, ਜਿੰਨੇ ਵਸੀਲੇ ਨੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਕਾਰਜ ਦੀ ਸਫਲਤਾ ਕਰਨ ਦੇ ਯੋਗ ਹੋ ਸਕਦੇ ਨੇ। ਹੁਣ ਆਦਮੀ ਬਿਮਾਰ ਹੈ, ਠੀਕ ਹੈ, ਉਸਨੇ ਕਿਸੇ ਸਿਆਣੇ ਡਾਕਟਰ ਤੋਂ ਦਵਾਈ ਲੈ ਲਈ। ਜੇ ਉਹ ਆਖੇ ਵੀ ਮੈਂ ਹੁਣ ਦਵਾਈ ਤਾਂ ਲੈ ਲਈ, ਹੁਣ ਮੈਨੂੰ ਹੋਰ ਕਿਸੇ ਦੀ ਲੋੜ ਹੀ ਨਹੀਂ ਹੈ, ਬੇਪਰਵਾਹ ਹੋ ਜਾਵੇ, ਪਰ ਦਵਾਈ ਵੀ ਤਾਂ ਹੀ ਫਲੀਭੂਤ ਹੁੰਦੀ ਹੈ ਜੇ ਭਾਈ ਸਿਮਰਨ ਨਾਲ ਕਰਾਂਗੇ। ਜੇ ਸਿਮਰਨ ਨਹੀਂ ਕਰਾਂਗੇ ਤਾਂ ਕਈ ਵਾਰੀ ਦਵਾਈ ਵੀ ਕਾਮਯਾਬ ਨਹੀਂ ਹੋ ਸਕਦੀ, ਉਹ ਵੀ ਸਾਡੀ ਬਿਮਾਰੀ ਨੂੰ ਦੂਰ ਨਹੀਂ ਕਰ ਸਕਦੀ। ਇਸੇ ਲਈ ਜਦੋਂ ਡਾਕਟਰ ਕਿਸੇ ਨੂੰ ਦਵਾਈ ਵੀ ਦਿੰਦੇ ਨੇ ਨਾ, ਜਿਹੜੇ ਆਸਤਿਕ ਭਾਵਨਾ ਵਾਲੇ ਨੇ, ਉਹ ਕਹਿੰਦੇ ਨੇ ਤੁਸੀਂ ਰੱਬ ਵਾਲੇ ਪਾਸੇ ਧਿਆਨ ਲਾਓ, ਉਹਦੇ ਮੂਹਰੇ ਅਰਦਾਸ ਕਰੋ, ਪਾਠ ਕਰੋ, ਅਤੇ ਫਿਰ ਤੁਹਾਡਾ ਦੁੱਖ ਅਤੇ ਆਹ ਰੋਗ ਦੂਰ ਹੋ ਸਕਦਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਜਿਹੜਾ ਵਸੀਲਾ ਵੀ ਉਸ ਵੇਲੇ ਹੀ ਕਾਰਜ ਨੂੰ ਨੇਪਰੇ ਚੜ੍ਹਾ ਸਕਦਾ ਜੇ ਵਾਹਿਗੁਰੂ ਦੀ ਸਹਾਇਤਾ ਹੋਵੇ, ਨਹੀਂ ਤਾਂ ਕਈ ਵਸੀਲੇ ਇੰਨੇ ਕਮਜ਼ੋਰ ਹੁੰਦੇ ਨੇ, ਜਿਹੜੀ ਟਾਹਣੀ 'ਤੇ ਆਪਾਂ ਪੈਰ ਰੱਖਦੇ ਹਾਂ ਉਹੀ ਮੁੜ ਜਾਂਦੀ ਹੈ। ਜਿਸ ਬੰਦੇ ਕੋਲ ਜਾਂਦੇ ਹਾਂ ਉਹੀ ਜਵਾਬ ਦੇ ਦਿੰਦਾ ਹੈ, ਅਤੇ ਇਸ ਢੰਗ ਦੇ ਨਾਲ ਅਸੀਂ ਆਪਣੀ ਮੰਜ਼ਿਲ ਨੂੰ ਹਾਸਲ ਨਹੀਂ ਕਰ ਸਕਦੇ। ਕਬੀਰ ਅਵਰ ਹੈ ਕੋ ਉਪਦੇਸ ਤੇ ਮੁਖ ਮੈਂ ਪਰ ਹੈ ਰੇਤ। ਕਈ ਚੁੰਚ ਗਿਆਨੀ ਹੁੰਦੇ ਨੇ, ਕਈ ਪਖੰਡੀ ਸਾਧ ਬਾਬੇ ਵੀ ਐਸੇ ਹੁੰਦੇ ਨੇ, ਉਹ ਲੋਕਾਂ ਨੂੰ ਉਪਦੇਸ਼ ਦਿੰਦੇ ਆ, ਭਾਈ ਤੁਸੀਂ ਮਾਇਆ ਦਾ ਤਿਆਗ ਕਰੋ, ਅਤੇ ਫਿਰ ਉਹਨਾਂ ਕੋਲੋਂ ਮਾਇਆ ਲੈ ਕੇ ਆਪ ਉਸ ਮਾਇਆ ਦੇ ਮੋਹ ਦੇ ਵਿੱਚ ਫਸ ਜਾਂਦੇ ਨੇ। ਕਬੀਰ ਭਗਤ ਜੀ ਕਹਿੰਦੇ ਹਨ ਬਈ ਤੁਸੀਂ ਹੋਰਾਂ ਨੂੰ ਉਪਦੇਸ਼ ਦਿੰਦੇ ਹੋ ਤਿਆਗ ਦਾ, ਅਤੇ ਆਪ ਤੁਸੀਂ ਮਾਇਆ ਨੂੰ ਜੱਫੇ ਮਾਰਦੇ ਹੋ। ਮੁਖ ਮੈਂ ਪਰ ਹੈ ਰੇਤ, ਤੁਹਾਡੇ ਮੂੰਹ ਦੇ ਵਿੱਚ ਤੇ ਰੇਤ ਪੈ ਰਹੀ ਹੈ। ਇਹਦਾ ਮਤਲਬ ਜਦੋਂ ਤੁਸੀਂ ਮੂੰਹ ਬੋਲ ਕੇ ਅੱਡਦੇ ਹੋ ਅਤੇ ਮਿੱਟੀ ਘੱਟਾ ਉੱਡ ਕੇ ਤੁਹਾਡੇ ਮੂੰਹ ਦੇ ਵਿੱਚ ਪੈਂਦਾ ਹੈ, ਰੇਤ ਤੁਹਾਡੇ ਮੂੰਹ ਦੇ ਵਿੱਚ ਪੈ ਰਹੀ ਹੈ। ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਤੁਸੀਂ ਤਾਂ ਬਗਾਨੀ ਰਾਸ ਪੂੰਜੀ ਨੂੰ, ਬਿਰਾਨੀ ਤੋਂ ਪਾ ਬੇਗਾਨੀ, ਹੋਰਾਂ ਦੀ, ਤੁਸੀਂ ਬਗਾਨੀ ਪੂੰਜੀ ਨੂੰ ਤੇ ਸੰਭਾਲ ਕੇ ਰੱਖਦੇ ਹੋ। ਭਾਵ ਜੋ ਲੋਕਾਂ ਦੇ ਪਾਸੋਂ ਧਨ ਬਟੋਰਿਆ ਹੁੰਦਾ ਹੈ, ਪਖੰਡ ਕਰ ਕਰਕੇ, ਪ੍ਰਪੰਚ ਕਰ ਕਰਕੇ, ਉਹਨੂੰ ਬੜਾ ਸੰਭਾਲ ਕੇ ਰੱਖਦੇ ਹੋ। ਖਾਇਆ ਘਰ ਕਾ ਖੇਤ, ਤੁਹਾਡਾ ਘਰ ਦਾ ਖੇਤ ਉੱਜੜਦਾ ਜਾ ਰਿਹਾ, ਉਹਦੇ ਵੱਲ ਖਿਆਲ ਨਹੀਂ ਦਿੰਦੇ। ਅੰਤਰੀ ਭਾਵ ਇਹ ਹੈ, ਜਿਹੜੇ ਲੋਕ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ, ਅਵਰ ਉਪਦੇਸ਼ੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ, ਉਹ ਆਪਣੇ ਖੇਤ ਨੂੰ ਉਜਾੜੀ ਜਾਂਦੇ ਨੇ। ਭਾਵ ਸਾਡਾ ਜੋ ਸਰੀਰ ਹੈ, ਖੇਤ ਹੈ, ਇਹਦੇ ਵਿੱਚ ਜੋ ਸ਼ੁਭ ਗੁਣ ਨੇ, ਸ਼ੁਭ ਗੁਣਾਂ ਦੀ ਫਸਲ ਨੂੰ ਉਹ ਉਜਾੜੀ ਜਾਂਦੇ ਨੇ। ਇਹ ਜਿਹੜੀ ਬਗਾਨੀ ਪੂੰਜੀ ਹੈ, ਲੋਕਾਂ ਪਾਸੋਂ ਧਨ ਪਦਾਰਥ ਬਟੋਰੇ ਹੁੰਦੇ ਨੇ, ਉਹਨਾਂ ਨੂੰ ਸੰਭਾਲ ਕੇ ਰੱਖਦੇ ਨੇ, ਅਤੇ ਆਪਣਾ ਕੀਮਤੀ ਸਰਮਾਇਆ, ਜੀਵਨ ਦਾ ਸਰਮਾਇਆ, ਸਵਾਸਾਂ ਦਾ ਸਰਮਾਇਆ, ਭਗਤੀ ਦਾ ਸਰਮਾਇਆ, ਸਿਮਰਨ ਦਾ ਸਰਮਾਇਆ, ਇਹਨੂੰ ਉਹ ਲੁਟਾਈ ਜਾ ਰਹੇ ਹਨ। ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਓ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਭਾਈ ਅਸੀਂ ਤੁਹਾਨੂੰ ਇੱਕ ਨੇਕ ਸਲਾਹ ਦਿੰਦੇ ਹਾਂ, ਜੇ ਤੁਸੀਂ ਸੰਗਤ ਕਰਨੀ ਹੈ ਗੁਰਮੁਖ ਬੰਦਿਆਂ ਦੀ ਕਰੋ,
ਚੰਗੇ ਸਾਧੂ ਮਹਾਤਮਾ ਦੀ ਕਰੋ, ਜਿਹੜੇ ਸੱਚੇ ਸੁੱਚੇ ਜੀਵਨ ਵਾਲੇ ਹੁੰਦੇ ਨੇ, ਜਿਹੜੇ ਆਪ ਪਰਮੇਸ਼ਰ ਨਾਲ ਜੁੜੇ ਹੁੰਦੇ ਨੇ, ਦੂਜਿਆਂ ਨੂੰ ਜੋੜਦੇ ਨੇ। ਇਹੋ ਜਿਹੇ ਮਹਾਂਪੁਰਖਾਂ ਦੀ ਸੰਗਤ ਕਰੋ, ਤੇ ਚਾਹੇ ਉੱਥੇ ਤੁਹਾਨੂੰ ਜੌਂ ਕੀ ਭੂਸੀ ਖਾਓ। ਜੌਆਂ ਦੀ ਭੂਸੀ ਦਾ ਅਰਥ ਹੈ ਰੋਟੀ। ਜੌਆਂ ਦੀ ਰੋਟੀ ਖਾਣੀ ਪਵੇ ਤੇ ਉਹਦੇ ਨਾਲ ਹੀ ਸਬਰ ਕਰ ਲਵੋ। ਬਹੁਤੇ ਲਾਲਚ ਵਿੱਚ ਆ ਕੇ ਵੀ ਜਿੱਥੇ ਚੰਗੇ ਚੋਕੇ ਪਦਾਰਥ ਖਾਣ ਵਾਸਤੇ ਮਿਲਣ, ਵੀ ਉੱਥੇ ਜਾ ਕੇ ਰਹਿਣਾ, ਕਿਸੇ ਚੰਗੇ ਡੇਰੇ ਦੇ ਵਿੱਚ ਜਿੱਥੇ 36 ਪ੍ਰਕਾਰ ਦੇ ਪਕਵਾਨ ਮਿਲਦੇ ਨੇ, ਉੱਥੇ ਜਾ ਕੇ ਰਵਾਂਗੇ, ਉੱਥੇ ਮੌਜਾਂ ਮਾਣਾਂਗੇ। ਇਸ ਤਰ੍ਹਾਂ ਦੀ ਬਿਰਤੀ ਨਾ ਰੱਖੋ, ਇਸ ਤਰ੍ਹਾਂ ਦਾ ਸੁਭਾਅ ਨਾ ਬਣਾਓ। ਜੇ ਤੁਸੀਂ ਗੁਣ ਲੈਣਾ ਹੈ, ਵਿਦਿਆ, ਸਿਮਰਨ, ਬੰਦਗੀ, ਗਿਆਨ, ਸੋਝੀ ਪ੍ਰਾਪਤ ਕਰਨੀ ਹੈ, ਤੇ ਫਿਰ ਚੰਗੇ ਮਹਾਂਪੁਰਖਾਂ ਦੀ ਸੰਗਤ ਕਰੋ, ਤੇ ਰੁੱਖੀ ਮਿੱਸੀ ਜਿਹੋ ਜਿਹੀ ਮਿਲਦੀ ਆ ਉਹ ਖਾ ਕੇ ਰੱਬ ਦਾ ਸ਼ੁਕਰ ਕਰਿਆ ਕਰੋ। ਅਥਵਾ ਜੌਂ ਕੀ ਭੂਸੀ ਖਾਓ। ਜਿਹੜਾ ਭੂਸੀ ਸ਼ਬਦ ਹੈ, ਇਹਦਾ ਅਰਥ ਜੌਆਂ ਦੇ ਛਿੱਲੜ ਵੀ ਕੀਤਾ। ਜਿਵੇਂ ਚੌਲਾਂ ਦੀ ਫੱਕ ਹੁੰਦੀ ਹੈ, ਜਿਹੜੀ ਜੌਆਂ ਦਾ ਛਿਲਕਾ ਹੁੰਦਾ, ਭਾਵੇਂ ਉਹੀ ਖਾਣਾ ਪਵੇ, ਉਹੀ ਖਾਣ ਲਈ ਮਿਲੇ, ਉਹੀ ਖਾ ਕੇ ਗੁਜ਼ਾਰਾ ਕਰੋ। ਤੀਜਾ ਭੂਸੀ ਦਾ ਅਰਥ ਕੀਤਾ ਸੂੜੀ, ਵੀ ਜੇ ਤੁਹਾਨੂੰ ਜੌਆਂ ਦੀ ਸੂੜੀ ਖਾਣੀ ਪਵੇ, ਉਹ ਖਾ ਕੇ ਰੱਬ ਦਾ ਸ਼ੁਕਰ ਕਰਿਆ ਕਰੋ। ਪਰ ਰੁੱਖੀ ਸੁੱਖੀ ਖਾ ਕੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਹੋਣਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਜੋ ਹੋਣਹਾਰ ਹੈ, ਜੋ ਰੱਬ ਦੀ ਰਜ਼ਾ ਹੈ, ਜੋ ਰੱਬ ਦਾ ਭਾਣਾ ਹੈ, ਉਹ ਤੇ ਹੋ ਕੇ ਰਹਿਣਾ। ਸਹਜੇ ਹੋਤਾ ਜਾਏ ਸੋ ਹੋਏ। ਜੋ ਹੁੰਦਾ ਹੋ ਲੈਣ ਦਿਓ, ਉਹਦੀ ਪਰਵਾਹ ਨਾ ਕਰੋ। ਸਾਕਤ ਸੰਗ ਨਾ ਜਾਓ। ਪਰ ਅਸਲੀ ਕੰਮ ਦੀ ਗੱਲ ਇਹ ਹੈ, ਸਾਕਤਾਂ ਦੀ ਸੰਗਤ ਵਿੱਚ ਨਾ ਜਾਓ। ਮਹਾਂਪੁਰਖਾਂ ਦੀ ਸੰਗਤ ਕਰੋ, ਚਾਹੇ ਰੁੱਖੀ ਮਿੱਸੀ ਰੋਟੀ ਮਿਲੇ ਉਹਦੇ ਨਾਲ ਗੁਜ਼ਾਰਾ ਕਰ ਲਵੋ, ਪਰ ਸਾਕਤਾਂ ਦੇ ਨਾਲ ਨਾ ਜਾਓ। ਉੱਥੇ ਭਾਵੇਂ ਤੁਹਾਨੂੰ ਖਾਣ ਵਾਸਤੇ 36 ਪ੍ਰਕਾਰ ਦੇ ਪਕਵਾਨ ਭੋਜਨ ਮਿਲਣ, ਤੇ ਉਹ ਖਾ ਕੇ ਤੁਹਾਡਾ ਮਨ ਮਲੀਨ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਲਈ ਭਾਈ ਲਾਲੋ ਦੇ ਘਰ ਰੁੱਖਾ ਮਿੱਸਾ ਭੋਜਨ ਛਕਿਆ। ਜਦੋਂ ਮਲਕ ਭਾਗੋ ਨੇ ਆਖਿਆ ਮੇਰੇ ਘਰੇ ਬ੍ਰਹਮ ਭੋਜ ਆ ਕੇ ਛਕੋ, ਤਾਂ ਸਤਿਗੁਰੂ ਨੇ ਕਹਿ ਦਿੱਤਾ ਸੀ, ਇਹ ਲੋਕਾਂ ਦਾ ਖੂਨ ਵੀਟਿਆ ਹੈ ਜਿਹੜਾ ਤੂੰ ਬ੍ਰਹਮ ਭੋਜ ਕਰ ਰਿਹਾ ਹੈ। 36 ਪ੍ਰਕਾਰ ਦੇ ਪਕਵਾਨ ਤਿਆਰ ਕਰਕੇ ਲੋਕਾਂ ਨੂੰ ਛਕਾ ਰਿਹਾ ਹੈ। ਇਹ ਲੋਕਾਂ ਦਾ ਲਹੂ ਹੈ, ਅਸੀਂ ਨਹੀਂ ਇਹ ਖਾ ਸਕਦੇ। ਇਉਂ ਭਾਈ ਸਾਕਤਾਂ ਦੀ ਸੰਗਤ ਤੋਂ ਬਚੋ, ਮਹਾਂਪੁਰਖਾਂ ਦੀ ਸੰਗਤ ਕਰੋ। ਕਬੀਰ ਸੰਗਤ ਸਾਧ ਕੀ, ਦਿਨ ਦਿਨ ਦੂਨਾ ਹੇਤ। ਲੋਕ ਕਬੀਰ ਭਗਤ ਜੀ ਕਹਿੰਦੇ, ਜਦੋਂ ਚੰਗੇ ਮਹਾਂਪੁਰਖਾਂ ਦੀ ਸੰਗਤ ਕਰਾਂਗੇ, ਦਿਨੋਂ ਦਿਨ ਸਾਡੇ ਅੰਦਰ ਵੀ ਰੱਬੀ ਪਿਆਰ, ਰੱਬੀ ਇਸ਼ਕ ਉਹ ਵੱਧਦਾ ਜਾਵੇਗਾ। ਸਾਕਤ ਕਾਰੀ ਕਾਂਬਰੀ, ਧੋਏ ਹੋਏ ਨਾ ਸੇਤ। ਦਿਨੋਂ ਦਿਨ ਦੂਣਾ ਸਵਾਇਆ ਪ੍ਰੇਮ ਵਧੇਗਾ। ਸਾਕਤਕਾਰੀ ਕਾਂਬਰੀ, ਜਿਹੜਾ ਸਾਕਤ ਪੁਰਸ਼ ਹੈ ਉਹ ਤੇ ਕਾਲੀ ਕੰਬਲੀ ਵਰਗਾ ਹੈ। ਧੋਏ ਹੋਏ ਨਾ ਸੇਤ। ਕਾਲੀ ਕੰਬਲੀ ਨੂੰ ਜਿੰਨੀ ਮਰਜ਼ੀ ਧੋ ਲਵੋ, ਸਾਬਣ ਲਾ ਲਾ ਕੇ, ਸੋਡੇ ਪਾ ਪਾ ਕੇ, ਸਰਫ ਪਾ ਪਾ ਕੇ, ਜਿੰਨਾ ਮਰਜ਼ੀ ਧੋ ਲਓ, ਕਾਲੀ ਕੰਬਲੀ ਕਦੇ ਚਿੱਟੀ ਨਹੀਂ ਹੁੰਦੀ। ਇਸੇ ਤਰ੍ਹਾਂ ਜਿਹੜੇ ਸਾਕਤ ਪੁਰਸ਼ ਨੇ, ਉਹਨਾਂ ਨੂੰ ਚਾਹੇ ਕਿੰਨਾ ਵੀ ਉਪਦੇਸ਼ ਦਿਓ, ਪਰ ਉਹ ਆਪਣਾ ਸੁਭਾਅ ਨਹੀਂ ਬਦਲ ਸਕਦੇ। ਜਿਵੇਂ ਦਾਦਰ ਤੂੰ ਕਬਹਿ ਨਾ ਜਾਣਸਰੇ, ਪਾਕਸ ਸਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸਰੇ। ਡੱਡੂ ਪਾਣੀ ਵਿੱਚ ਰਹਿੰਦਾ ਹੈ, ਉਸ ਪਾਣੀ ਵਿੱਚ ਕਮਲ ਦਾ ਫੁੱਲ ਵੀ ਉੱਗਿਆ ਹੁੰਦਾ, ਉਹਦੀ ਬੜੀ ਸੁੰਦਰ ਮਹਿਕ ਹੁੰਦੀ, ਪਰ ਉਹ ਫੁੱਲ ਤੱਕ ਡੱਡੂ ਜਾਂਦਾ ਹੀ ਨਹੀਂ। ਜਿਹੜਾ ਉਸ ਕਮਲ ਦੀਆਂ ਜੜ੍ਹਾਂ ਦੇ ਵਿੱਚ ਜਾਲਾ ਲੱਗਿਆ, ਉਹੀ ਖਾਂਦਾ ਰਹਿੰਦਾ। ਇਹੋ ਜਿਹੀ ਬਿਰਤੀ ਵਾਲੇ ਜਿਹੜੇ ਲੋਕ ਨੇ, ਜਿਵੇਂ ਚਿੱਚੜ ਹੁੰਦੇ ਨੇ, ਉਹ ਲੇਵੇ ਦੇ ਨਾਲ ਹੀ ਲੱਗੇ ਹੁੰਦੇ ਨੇ, ਪਰ ਉਹ ਦੁੱਧ ਨਹੀਂ ਪੀ ਸਕਦੇ, ਲਹੂ ਪੀਂਦੇ ਨੇ। ਜਿਹੜੇ ਲਹੂ ਪੀਣ ਦੀ ਜਿਨ੍ਹਾਂ ਦੀ ਰੁਚੀ ਹੈ, ਜਿਨ੍ਹਾਂ ਦੀ ਜਾਲਾ ਖਾਣ ਦੀ ਰੁਚੀ ਆ ਡੱਡੂ ਵਾਂਗ, ਵੀ ਉਹ ਭਾਈ ਕੋਈ ਵੀ ਸੰਗਤ ਵਿੱਚ ਆ ਕੇ ਲਾਹਾ ਨਹੀਂ ਪ੍ਰਾਪਤ ਕਰ ਸਕਦੇ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਲੋਕ ਕਬੀਰ ਭਗਤ ਜੀ ਦੇ ਕੋਲ ਇੱਕ ਸਾਧੂ ਆਏ। ਪਹਿਲਾਂ ਤੇ ਜਟਾ ਜੂਟ ਸੀ, ਫਿਰ ਉਹਨੇ ਸਿਰ ਮੂੰਹ ਮੁਨਾ ਦਿੱਤਾ। ਭਗਤ ਜੀ ਕਹਿਣ ਲੱਗੇ ਕੀ ਗੱਲ ਹੋ ਗਈ? ਕਹਿੰਦਾ ਜੀ ਹੁਣ ਮੈਂ ਪਰਮਹੰਸ ਹੋ ਗਿਆ। ਸਿਰ ਮੂੰਹ ਮੁਨਾ ਕੇ
ਕੌਨਮਨ ਹੋ ਕੇ ਕਹਿੰਦਾ ਮੈਂ ਹੁਣ ਪਰਮਹੰਸ ਬਣ ਗਿਆ। ਤੇ ਭਗਤ ਜੀ ਉਹਦੀ ਅੰਦਰਲੀ ਮਨ ਦੀ ਅਵਸਥਾ ਨੂੰ ਭਾਂਪ ਕੇ ਉਹਨੂੰ ਕਹਿੰਦੇ ਨੇ, ਕਬੀਰ ਮਨ ਮੁੰਡਿਆ ਨਹੀਂ, ਉਹ ਭਲਿਆ ਲੋਕਾ ਤੂੰ ਆਪਣੇ ਮਨ ਨੂੰ ਤੇ ਮੁੰਨਿਆ ਨਹੀਂ। ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਨੇ, ਸੰਕਲਪ ਵਿਕਲਪ ਨੇ, ਉਹ ਤੇ ਪਹਿਲਾਂ ਵਾਂਗੂ ਉੱਠ ਰਹੇ ਨੇ। ਦੁਨਿਆਵੀ ਵਾਸ਼ਨਾਵਾਂ ਤੇਰੇ ਮਨ ਦੇ ਵਿੱਚ ਉਸੇ ਤਰ੍ਹਾਂ ਹੀ ਪੈਦਾ ਹੋ ਰਹੀਆਂ ਨੇ। ਆਪਣੇ ਮਨ ਨੂੰ ਤੇ ਮੁੰਨਿਆ ਹੀ ਨਹੀਂ। ਕੇਸ ਮੁੰਡਾਏ ਕਾਏ, ਆ ਜਿਹੜੇ ਸਿਰ ਦੇ ਕੇਸ ਕਾਹਦੇ ਵਾਸਤੇ ਮਨਾ ਦਿੱਤੇ ਹਨ। ਜੋ ਕਿਛ ਕੀਆ ਸੋ ਮਨ ਕੀਆ, ਮੂੰਡਾ ਮੂੰਡ ਅਜਾਏ। ਜੋ ਕੁਛ ਕੀਤਾ ਉਹ ਮਨ ਨੇ ਕੀਤਾ। ਜੋ ਆਪਾਂ ਸਰੀਰ ਦੇ ਨਾਲ ਚੰਗਾ ਮਾੜਾ ਕਰਮ ਕਰਦੇ ਹਾਂ, ਪਹਿਲਾਂ ਮਨ ਦੇ ਵਿੱਚ ਹੀ ਫੁਰਨਾ ਉੱਠਦਾ ਨਾ। ਜੋ ਕੀਤਾ ਮਨ ਨੇ ਕੀਤਾ ਹੈ। ਮੁੰਡਾ ਮੁੰਡਾ ਜਾਏ, ਜਿਹੜਾ ਤੂੰ ਸਿਰ ਮੂੰਹ ਮਨਾ ਲਿਆ, ਇਹ ਕੰਮ ਚੰਗਾ ਨਹੀਂ ਕੀਤਾ, ਇਹ ਬੇਥਵਾ ਕੰਮ ਕੀਤਾ ਹੈ, ਇਹ ਵਿਅਰਥ ਤੂੰ ਸਿਰ ਮੂੰਹ ਮਨਾਈ ਫਿਰਦਾ ਹੈ। ਇਹਦਾ ਮਤਲਬ ਇਹ ਹੈ, ਭਗਤ ਜੀ ਨੇ ਉਸ ਕੌਨਮੋਨ ਸਾਧੂ ਨੂੰ ਇਹ ਆਖਿਆ, ਭਾਈ ਸਿਰ ਮੂੰਹ ਮਨਾਉਣ ਦਾ ਕੋਈ ਫਾਇਦਾ ਨਹੀਂ ਜੇ ਆਪਣੇ ਮਨ ਨੂੰ ਮੁੰਨਿਆ ਨਹੀਂ। ਮਨ ਦੀਆਂ ਵਾਸ਼ਨਾਵਾਂ ਨੂੰ, ਮਨ ਦੇ ਸੰਕਲਪਾਂ ਵਿਕਲਪਾਂ ਨੂੰ ਨਾਸ਼ ਕਰਨਾ ਚਾਹੀਦਾ ਹੈ, ਤੇ ਫਿਰ ਹੀ ਪਰਮਹੰਸ ਤੁਸੀਂ ਬਣ ਸਕਦੇ ਹੋ। ਜੇ ਮਨ ਦੇ ਫੁਰਨੇ ਨਾ ਮਿਟੇ ਤੇ ਤੁਸੀਂ ਕਾਹਦੇ ਸਾਧੂ ਹੋ। ਇਸ ਲਈ ਭਗਤ ਜੀ ਨੇ ਇੱਥੇ ਇਹ ਨਹੀਂ, ਭਗਤ ਜੀ ਨੇ ਆਖਿਆ ਵੀ ਤੁਸੀਂ ਸਿਰ ਮੂੰਹ ਮਨਾਓ, ਬਲਕਿ ਜਿਹਨੇ ਮਨਾਇਆ ਸੀ ਉਹਨੂੰ ਵਰਜਿਆ ਹੀ ਹੈ। ਸਿੱਖੀ ਅੰਦਰ ਤਾਂ ਕੇਸਾਂ ਨੂੰ, ਰੂਮਾਂ ਨੂੰ ਕਟਾਉਣਾ, ਘਸਾਉਣਾ ਜਾਂ ਮਨਾਉਣਾ ਬੱਜਰ ਕੁਰੈਤ ਮੰਨੀ ਗਈ ਹੈ। ਜਨਮ ਤੋਂ ਲੈ ਕੇ ਮਰਨ ਤੱਕ ਸਿੱਖ ਬੱਚੇ ਨੂੰ ਆਪਣੇ ਸਿਰ ਦੇ ਕੇਸਾਂ ਤੋਂ ਲੈ ਕੇ ਪੈਰ ਦੀ ਚੋਟੀ ਤੱਕ ਕੋਈ ਕੇਸ, ਕੋਈ ਵਾਲ, ਕੋਈ ਰੂਮ ਨਾ ਘਸਾਉਣਾ ਚਾਹੀਦਾ, ਨਾ ਪਟਾਉਣਾ ਚਾਹੀਦਾ, ਤੇ ਨਾ ਹੀ ਉਸ ਨੂੰ ਕੱਟਣਾ ਚਾਹੀਦਾ। ਇਹ ਗੁਰੂ ਦਾ ਹੁਕਮ ਹੈ। ਸਾਬਤ ਸੂਰਤ ਰੱਬ ਦੀ ਭੰਨੇ ਬਈ, ਮਨ ਦਰਗਾਹ ਟੋਈ ਨਾਲ ਹੈ ਕਾਫਰ ਕੁੱਤਾ ਸ਼ੈਤਾਨ। ਸਾਨੂੰ ਸਿੱਖਿਆ ਪਾਲਣਾ ਕਰਨੀ ਚਾਹੀਦੀ ਹੈ। ਕਬੀਰ RAM ਨਾ ਛੋਡੀਐ, ਤਨ ਧਨ ਜਾਏ ਤਾਂ ਜਾਓ। ਲੋ ਕਬੀਰ ਜੀ ਕਹਿੰਦੇ ਨੇ, ਜੇ ਬੰਦਗੀ ਕਰਦਿਆਂ ਹੋਇਆਂ ਕਈ ਵਾਰੀ ਨੁਕਸਾਨ ਵੀ ਹੋ ਸਕਦਾ, ਪਰ ਭਗਤ ਜੀ ਕਹਿੰਦੇ ਜੇ ਤੁਹਾਡਾ ਵਾਹਿਗੁਰੂ ਦੇ ਨਾਲ ਸੱਚਾ ਪ੍ਰੇਮ ਹੈ ਨਾ, ਫਿਰ ਤੁਸੀਂ ਦੁਨਿਆਵੀ ਨੁਕਸਾਨ ਦੀ ਪਰਵਾਹ ਨਾ ਕਰੋ। ਕਬੀਰ RAM ਨਾ ਛੋਡੀਐ। ਕਬੀਰ ਭਗਤ ਜੀ ਕਹਿੰਦੇ, ਭਾਈ ਵਾਹਿਗੁਰੂ ਦਾ ਨਾਮ, ਉਹਦਾ ਸਿਮਰਨ ਨਹੀਂ ਛੱਡਣਾ ਚਾਹੀਦਾ। ਤਨ ਤਨ ਜਾਏ ਤਾਂ ਜਾਓ। ਇਹ ਸਰੀਰ ਵੀ ਭਾਵੇਂ ਚਲਿਆ ਜਾਵੇ, ਧਨ ਵੀ ਆਗਮਾ ਪਾਈ ਹੈ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਤੁਹਾਡਾ ਸਰੀਰ ਵੀ ਚਲਿਆ ਜਾਵੇ, ਧਨ ਪਦਾਰਥ ਵੀ ਚਲਿਆ ਜਾਵੇ, ਪਰ ਵਾਹਿਗੁਰੂ ਦਾ ਸਿਮਰਨ ਨਹੀਂ ਛੱਡਣਾ ਚਾਹੀਦਾ। ਚਾਰਨ ਕਮਲ ਚਿਤ ਬੇਦਿਆ, ਰਾਮਹਿ ਨਾਮ ਸਮਾਓ। ਕਬੀਰ ਭਗਤ ਜੀ ਕਹਿੰਦੇ, ਜਿਸ ਦਾ ਮਨ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਵਿੰਨਿਆ ਹੋਇਆ ਹੈ ਅਥਵਾ ਮਿਲਿਆ ਹੋਇਆ ਹੈ, ਰਾਮਹਿ ਨਾਮ ਸਮਾਓ। ਬਈ ਉਹ ਨਾਮ ਦੁਆਰਾ ਉਸ ਨਾਮੀ ਮਾਲਕ ਵਾਹਿਗੁਰੂ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ। ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ। ਲੋਕ ਕਬੀਰ ਭਗਤ ਜੀ ਜਦੋਂ ਪਹਿਲਾਂ ਸਰਗੁਣ ਦੀ ਉਪਾਸ਼ਕ ਸਨ, ਤੇ ਉਸ ਵੇਲੇ ਹੋਰ ਸਾਧੂ ਮੰਡਲੀ ਦੇ ਨਾਲ ਰਲ ਕੇ ਉਹ ਭਜਨ ਗਾਇਆ ਕਰਦੇ ਸਨ। ਜਿਵੇਂ ਹੁਣ ਵੀ ਕਈ ਲੋਕ ਭਜਨ ਗਾਉਂਦੇ ਨੇ, ਤੇ ਭਗਤ ਜੀ ਸਾਜ਼ ਵੀ ਵਜਾਉਂਦੇ ਸਨ। ਤੇ ਭਗਤ ਜੀ ਨੇ ਫਿਰ ਜਦੋਂ ਉਸ ਨਿਰਗੁਣ ਸਰੂਪ ਦੀ ਭਗਤੀ ਵਿੱਚ ਲੱਗ ਗਏ, ਤੇ ਫਿਰ ਉਸ ਵੇਲੇ ਸਰਗੁਣ ਦੀ ਉਪਾਸਨਾ ਦਾ ਸਾਰਾ ਸਾਜੋ ਸਾਮਾਨ ਉਹਨੂੰ ਛੱਡ ਦਿੱਤਾ। ਤੇ ਹੁਣ ਕਈ ਜਿਹੜੇ ਪੁਰਾਣੇ ਪ੍ਰੇਮੀ ਸਨ, ਉਹ ਆ ਕੇ ਕਹਿਣ ਲੱਗੇ, ਭਗਤ ਜੀ ਅੱਗੇ ਤੁਸੀਂ ਤੰਤੀ ਸਾਜ਼ ਵਜਾਉਂਦੇ ਸੀ ਤੇ ਨਾਲ ਭਜਨ ਗਾਉਂਦੇ ਸੀ, ਹੁਣ ਕੀ ਗੱਲ ਹੋ ਗਈ? ਤਾਂ ਭਗਤ ਜੀ ਉਹਦਾ ਜਵਾਬ ਦਿੰਦੇ ਨੇ, ਕਬੀਰ ਜੋ ਹਮ ਜੰਤ ਬਚਾਵਤੇ। ਕਬੀਰ ਭਗਤ ਜੀ ਕਹਿੰਦੇ ਨੇ, ਜਿਹੜਾ ਜੰਤ ਦਾ ਅਰਥ ਹੈ ਜੰਤਰ, ਸਾਜ਼। ਜਿਹੜਾ ਅਸੀਂ ਵਾਜਾ ਵਜਾਉਂਦੇ ਸੀ, ਜਿਹੜਾ ਅਸੀਂ ਸਾਜ਼ ਵਜਾਉਂਦੇ ਸੀ ਨਾ, ਟੁੱਟ ਗਈ ਸਭ ਤਾਰ, ਉਹਦੀਆਂ ਸਾਰੀਆਂ ਤਾਰਾਂ ਹੀ ਟੁੱਟ ਗਈਆਂ। ਤੰਤੀ ਸਾਜ਼ ਸੀ ਨਾ, ਉਹ ਤੰਤੀ ਸਾਜ਼ ਦੀਆਂ ਸਾਰੀਆਂ ਤਾਰਾਂ ਹੀ ਟੁੱਟ ਗਈਆਂ। ਆ ਜਿਵੇਂ ਸਰੰਦਾ ਹੁੰਦਾ ਹੈ ਜਾਂ ਕਿੰਗ ਹੁੰਦੀ ਹੈ, ਜੋਗੀ ਕਿੰਗ ਵਜਾਉਂਦੇ ਨੇ,
ਤੰਤੀ ਸਾਜ਼ ਨੇ ਇਹ, ਅਤੇ ਹੁਣ ਉਹਦੀਆਂ ਤਾਰਾਂ ਹੀ ਟੁੱਟ ਗਈਆਂ ਨੇ। ਜਿਹੜਾ ਅਸੀਂ ਵਾਜਾ ਵਜਾਉਂਦੇ ਸੀ, ਹੁਣ ਦੱਸੋ ਕਿਵੇਂ ਵਜਾਈਏ। ਜੰਤ ਵਿਚਾਰਾ ਕਿਆ ਕਰੈ, ਚੱਲੇ ਬਜਾਵਨ ਹਾਰ। ਜੰਤ ਜਿਹੜਾ ਵਾਜਾ ਹੈ, ਸਾਜ਼ ਆ ਵਿਚਾਰਾ, ਉਹ ਕੀ ਕਰ ਸਕਦਾ ਹੈ। ਚਲੇ ਬਜਾਵਨਹਾਰ, ਜਿਹੜੇ ਇਹਨੂੰ ਵਜਾਉਣ ਵਾਲੇ ਸਨ, ਉਹੀ ਇੱਥੋਂ ਚਾਲੇ ਪਾ ਗਏ ਨੇ। ਜਦੋਂ ਕੋਈ ਵਜਾਉਣ ਵਾਲਾ ਹੀ ਨਹੀਂ ਰਿਹਾ, ਫਿਰ ਹੁਣ ਸਾਜ਼ ਕੀ ਕਰੇਗਾ। ਕੋਈ ਵਜਾਉਣ ਵਾਲਾ ਵਜੰਤਰੀ ਵੀ ਚਾਹੀਦਾ ਨਾ। ਲੋ ਭਗਤ ਜੀ ਅੰਤਰੀ ਭਾਵ ਇਹ ਸਮਝਾਉਂਦੇ ਨੇ, ਜੋ ਹਮ ਜੰਤ ਬਜਾਵਤੇ, ਅਸੀਂ ਜਦੋਂ ਦੇਹ ਭਾਵ ਦੇ ਵਿੱਚ ਸੀ, ਅਸੀਂ ਦੇਹ ਦੇ ਆਸਤਾ ਵਾਜਾ ਵਜਾਉਂਦੇ ਸੀ। ਜਦੋਂ ਅਸੀਂ ਜੀਵ ਭਾਵ ਦੇ ਵਿੱਚ ਸੀ, ਅਸੀਂ ਦੇਹ ਦੇ ਆਸਤਾ ਵਾਜਾ ਵਜਾਉਂਦੇ ਸੀ। ਟੂਟ ਗਈ ਸਭ ਤਾਰ, ਹੁਣ ਉਸੀਆਂ ਜਿਹੜੀਆਂ ਤਾਰਾਂ ਨੇ, ਮੋਹ ਦੀਆਂ ਤੰਦਾਂ ਨੇ, ਵਾਸ਼ਨਾਵਾਂ ਦੀਆਂ ਤਾਰਾਂ ਸਾਨੂੰ ਸਾਰੀਆਂ ਟੁੱਟ ਗਈਆਂ ਨੇ। ਹੁਣ ਇਹ ਦੇਹ ਦੇ ਆਸਤਾ ਜਿਹੜਾ ਜੰਤ ਸਾਜ਼ ਹੈ, ਵਾਜਾ ਵਿਚਾਰਾ ਕੀ ਕਰ ਸਕਦਾ ਹੈ। ਚਲੇ ਬਜਾਵਨਹਾਰ, ਸਾਡਾ ਮਨ ਹੀ ਦੇਹ ਦੇ ਆਸਤਾ ਵਾਜਾ ਵਜਾਉਂਦਾ ਸੀ ਨਾ। ਹੁਣ ਉਹ ਮਨ 'ਤੇ ਪਾਈ, ਹੁਣ ਭਾਓ ਭਗਤੀ ਦੇ ਮਾਰਗ 'ਤੇ ਚੱਲ ਕੇ ਰੱਬ ਦੇ ਘਰ ਪਹੁੰਚ ਚੁੱਕਿਆ ਹੈ। ਹੁਣ ਵਾਜਾ ਇਹ ਕਿਸ ਨੇ ਵਜਾਉਣਾ ਸੀ, ਦੇਹ ਦੇ ਆਸ ਕਿਸ ਨੇ ਵਜਾਉਣਾ ਸੀ, ਦੇਹ ਦੇ ਆਸ ਦਾ ਸਾਜ਼ ਕਿਸ ਨੇ ਵਜਾਉਣਾ ਸੀ। ਕੋਈ ਵਜਾਉਣ ਵਾਲਾ ਰਿਹਾ ਹੀ ਨਹੀਂ ਹੈ। ਕਬੀਰ ਮਾਏ ਮੁੰਡੋ ਤਹਿ ਗੁਰੂ ਕੀ, ਜਾਤੇ ਭਰਮ ਨਾ ਜਾਏ। ਲੋਕ ਕਬੀਰ ਭਗਤ ਜੀ ਕਹਿੰਦੇ ਨੇ, ਜਿਹੜੇ ਪਖੰਡੀ ਗੁਰੂ ਨੇ, ਆ ਜਿਵੇਂ ਮੀਰੀ ਪੀਰੇ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਲਵੇ ਦੀ ਧਰਤੀ 'ਤੇ ਵਿਚਰ ਰਹੇ ਸਨ। ਲੁਧਾਈ ਕੇ ਪਿੰਡ ਦੇ ਨੇੜੇ ਗੁਰਦੁਆਰਾ ਕਲਿਆਣਸਰ ਹੈ। ਉਸ ਵੇਲੇ ਜੰਗਲ ਸੀ, ਝਿੜਸੀ, ਇੱਥੇ ਇੱਕ ਤਲਾਅ ਸੀ। ਉੱਥੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਡੇਰਾ ਲਾਇਆ। ਇੱਕ ਬਹੁਤ ਵੱਡਾ ਸਰਪ ਅਜਗਰ ਗੁਰੂ ਮਹਾਰਾਜ ਦੇ ਵੱਲ ਆਇਆ। ਗੁਰਸਿੱਖ ਸੂਰਮੇ ਕਹਿਣ ਲੱਗੇ, ਮਹਾਰਾਜ ਇਸ ਨੂੰ ਮਾਰ ਦਈਏ। ਕਹਿੰਦੇ ਨਹੀਂ, ਆਉਣ ਦਿਓ। ਉਹਨੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਸੀਸ ਝੁਕਾਇਆ। ਬਸ ਜਦੋਂ ਗੁਰੂ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ, ਉਸੇ ਵੇਲੇ ਉਹ ਮਰ ਗਿਆ, ਚਲਾਣਾ ਕਰ ਗਿਆ। ਅਤੇ ਗੁਰਸਿੱਖ ਹੈਰਾਨ ਹੋਏ, ਕਹਿੰਦੇ ਮਹਾਰਾਜ ਇਹ ਕੌਣ ਸੀ। ਕਹਿਣ ਲੱਗੇ ਪਖੰਡੀ ਗੁਰੂ ਸੀ, ਇਸ ਇਲਾਕੇ ਵਿੱਚ ਬਹੁਤ ਗਲਤ ਪ੍ਰਚਾਰ ਕਰਦਾ ਸੀ। ਇਹ ਕਹਿੰਦਾ ਸੀ, ਅਹੰ ਬ੍ਰਹਮ ਅਸਮੀ ਨਸੰਗ ਭੋਗ ਲਛਮੀ, ਅਹੰ ਬ੍ਰਹਮ ਅਕਰੇ ਨਸੰਗ ਖਾ ਬਕਰੇ। ਲੋਕਾਂ ਨੂੰ ਪੁੱਠੇ ਰਾਹ ਤੋਰਦਾ ਸੀ। ਆ ਜਿਵੇਂ ਕਿ ਹੁਣ ਵੀ ਐਸੇ ਧਰਮ ਨੇ, ਫਿਰਕੇ ਨੇ, ਕਹਿੰਦੇ ਚਾਹੇ ਗਊ ਦਾ ਮਾਸ ਖਾਓ, ਚਾਹੇ ਸੂਰ ਦਾ ਖਾਓ, ਕੋਈ ਪੁੰਨ ਪਾਪ ਨਹੀਂ ਲੱਗਦਾ। ਚਾਹੇ ਆਪਣੀ ਇਸਤਰੀ ਦੇ ਨਾਲ ਸੰਬੰਧ ਕਰੋ, ਚਾਹੇ ਪਰਾਈ ਇਸਤਰੀ ਦੇ ਨਾਲ, ਕੋਈ ਫਰਕ ਨਹੀਂ ਪੈਂਦਾ, ਕੋਈ ਪਾਪ ਨਹੀਂ ਚੜ੍ਹਦਾ। ਇਹੋ ਜਿਹੀ ਸਿੱਖਿਆ ਦੇਣ ਵਾਲੇ ਵੀ ਲੋਕ ਨੇ। ਇਹੋ ਜਿਹੇ ਪਖੰਡੀ ਗੁਰੂਆਂ ਦੇ ਬਾਰੇ ਹਜ਼ੂਰ ਕਹਿੰਦੇ ਨੇ, ਕਬੀਰ ਮਾਏ ਮੁੰਡੋਂ ਤੇ ਗੁਰੂ ਕੀ, ਉਸ ਗੁਰੂ ਦੀ ਮਾਂ ਦਾ ਅਸੀਂ ਸਿਰ ਮੁੰਨ ਦੇਈਏ। ਇਹ ਇੱਕ ਸਾਧਾਂ ਦੇ ਵਿੱਚ, ਯੋਗੀਆਂ ਦੇ ਵਿੱਚ ਗਾਲ ਹੈ, ਮਾਈ ਮੁੰਡਾ। ਜਦੋਂ ਕਿਸੇ ਨੂੰ ਨਫ਼ਰਤ ਦੇ ਨਾਲ ਆਪਾਂ ਕੋਈ ਗੱਲ ਕਹਿੰਦੇ, ਮਾਈ ਮੁੰਡਾ ਕੀ ਕਰਦਾ ਫਿਰਦਾ। ਇਸੇ ਲਈ ਭਗਤ ਜੀ ਕਹਿੰਦੇ ਨੇ, ਮੈਂ ਉਸ ਗੁਰੂ ਦੀ ਮਾਂ ਦਾ ਸਿਰ ਮੁੰਨ ਦੇਵਾਂ, ਜਾਂ ਤੇ ਭਰਮ ਨਾ ਜਾਏ, ਜਿਸ ਤੋਂ ਸਾਡਾ ਭਰਮ ਦੂਰ ਨਹੀਂ ਹੁੰਦਾ। ਮਾਧਵੇ ਕਿਆ ਕਹੀਆ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। 5 ਪ੍ਰਕਾਰ ਦਾ ਭਰਮ ਹੁੰਦਾ। ਅਤੇ ਜੇ ਭਰਮ ਨਹੀਂ ਸਾਡਾ ਦੂਰ ਹੁੰਦਾ ਜਿਸ ਗੁਰੂ ਤੋਂ, ਵੀ ਉਸ ਗੁਰੂ ਦੀ ਮਾਂ ਦਾ ਅਸੀਂ ਸਿਰ ਮੁੰਨਣ ਲਈ ਤਿਆਰ ਹਾਂ। ਅੰਤਰੀ ਭਾਵ ਇਹ ਹੈ, ਜਿਹੜਾ ਪਖੰਡੀ ਗੁਰੂ ਹੈ, ਕੱਚਾ ਗੁਰੂ ਹੈ, ਪਖੰਡੀ ਗੁਰੂ ਹੈ, ਜਿਹੜੀ ਉਹਦੀ ਮਾਂ, ਜਿਹੜਾ ਉਹਨੂੰ ਉਪਦੇਸ਼ ਦੇਣ ਵਾਲਾ ਹੈ ਵੀ ਤੂੰ ਪੁੱਠੇ ਕੰਮ ਕਰ, ਅਸੀਂ ਉਹਦਾ ਸਿਰ ਮੁੰਨਣ ਲਈ ਤਿਆਰ ਹਾਂ। ਆਪ ਡੁਬੇ ਚਹੋ ਬੇਦ ਮਹਿ, ਚੇਲੇ ਦੀਏ ਬਹਾਏ। ਐਸੇ ਜਿਹੜੇ ਪਖੰਡੀ ਗੁਰੂ ਨੇ, ਉਹ ਆਪ ਤੇ ਚਾਰੇ ਵੇਦਾਂ ਦੇ ਕਰਮ ਕਾਂਡ ਦੇ ਵਿੱਚ ਡੁੱਬ ਗਏ ਨੇ। ਚੇਲੇ ਦੀਏ ਬਹਾਏ, ਤੇ ਚੇਲਿਆਂ ਨੂੰ ਵੀ ਉਸੇ ਪਾਸੇ ਰੋੜ ਛੱਡਿਆ। ਭਾਏ ਤੁਸੀਂ ਆਹ ਜਿਹੜੇ ਕਰਮ ਨੇ, ਇਹਨਾਂ ਦੇ ਵਿੱਚ ਪ੍ਰਵਿਰਤ ਹੋਵੋ। ਜਿਹੜੀ ਵੇਦਾਂ ਦੀ ਇੱਕ ਲਖ ਸ਼ੁਰਤੀ ਮੰਨੀ ਹੈ, 80,000 ਕਰਮ ਕਾਂਡ ਦਾ ਹੀ ਵਿਸ਼ਲੇਸ਼ਣ ਕਰਦੀ ਹੈ। 16,000 ਉਪਾਸ਼ਨਾ ਦਾ,
ਤੇ 4000 ਸੁਰਤੀ ਗਿਆਨ ਦਾ ਵਰਣਨ ਕਰਦੀ ਹੈ। ਤੇ ਪਰ ਜਿਹੜੀ ਭਗਤੀ ਤੇ ਗਿਆਨ ਉਹਨੂੰ ਛੱਡ ਦਿੰਦੇ ਨੇ। ਪਖੰਡੀ ਲੋਕ ਕਰਮ ਕਾਂਡ ਦੇ ਵਿੱਚ ਹੀ ਆਪ ਡੁੱਬਦੇ ਨੇ ਤੇ ਨਾਲ ਹੀ ਚੇਲਿਆਂ ਨੂੰ ਰੋੜ ਦਿੰਦੇ ਹਨ। ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ। ਕਬੀਰ ਭਗਤ ਜੀ ਫਰਮਾਉਂਦੇ ਨੇ, ਇੱਕ ਮਨੁੱਖ ਦਾ ਸੁਭਾਵ ਹੈ, ਉਹ ਜਿੰਨੇ ਵੀ ਪਾਪ ਕਰਦਾ ਹੈ, ਉਲਟੇ ਪੁਲਟੇ ਕੰਮ ਕਰਦਾ ਹੈ, ਚੋਰੀ ਯਾਰੀ ਬੇਈਮਾਨੀ ਠੱਗੀ ਧੋਖਾ, ਜੋ ਵੀ ਇਹ ਪਾਪ ਕਰਮ ਨੇ, ਇਹਨਾਂ ਨੂੰ ਲੁਕ ਲੋਕੀ ਕਰਦੇ, ਫਿਰ ਇਹਨਾਂ 'ਤੇ ਪਰਦਾ ਵੀ ਪਾਉਂਦੇ, ਕਿਸੇ ਨੂੰ ਪਤਾ ਨਾ ਲੱਗ ਜਾਵੇ। ਪਰ ਭਗਤ ਜੀ ਕਹਿੰਦੇ ਜਿੰਨੇ ਮਰਜ਼ੀ ਪਰਦੇ ਪਾਈ ਜਾ, ਅੰਤ ਨੂੰ ਤੇ ਇਹ ਪਾਜ ਉਗੜਨਾ ਹੀ ਉਗੜਨਾ ਹੈ। ਕਬੀਰ ਜੇ ਤੇ ਪਾਪ ਕੀ ਰਾਖੇ ਤਲੈ ਦੁਰਾਏ। ਭਾਈ ਜਿੰਨੇ ਤੂੰ ਪਾਪ ਕੀਤੇ ਨੇ, ਪੁੱਠੇ ਕੰਮ ਕੀਤੇ ਨੇ, ਤੇ ਉਹਨਾਂ ਨੂੰ ਛਪਾ ਛਪਾ ਕੇ ਪਰਦੇ ਹੇਠਾਂ ਰੱਖਦਾ ਹੈ। ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਯਾਦ ਰੱਖ, ਜਦੋਂ ਧਰਮਰਾਜ ਦੀ ਕਚਹਿਰੀ ਵਿੱਚ ਗਿਆ ਨਾ, ਉਹਨੇ ਤੈਨੂੰ ਪੁੱਛਣਾ ਕਰਮਾਂ ਦਾ ਲੇਖਾ ਜੋਖਾ। ਉੱਥੇ ਜਾ ਕੇ ਸਾਰੇ ਤੇਰੇ ਕੀਤੇ ਲੁਕਵੇਂ ਕੰਮ, ਪੜਦੇ ਵਾਲੇ ਕੰਮ, ਉਹ ਸਾਰੇ ਉਗੜ ਜਾਣਗੇ। ਪ੍ਰਗਟ ਪਏ, ਉਗੜ ਜਾਣਗੇ। ਉੱਥੇ ਦੇਹੋ ਐਥੇ ਸਭ ਰਾਤ। ਇੱਥੇ ਤਾਂ ਤੂੰ ਪੜਦਾ ਪਾ ਲਿਆ, ਪਰ ਉੱਥੇ ਪੜਦਾ ਨਹੀਂ ਪੈਣਾ। ਉੱਥੇ ਜਿਹੜੇ ਅੰਦਰਲੇ ਪਾਪ ਨੇ, ਜਿਹੜੇ ਮਨ ਦੇ ਵਿੱਚ ਛੁਪਾ ਕੇ ਰੱਖੇ ਨੇ, ਉਹ ਉਗੜ ਜਾਣਗੇ। ਕਿਉਂਕਿ ਸਰੀਰ ਇੱਥੇ ਰਹਿ ਜਾਣਾ, ਮਨ ਹੀ ਅੱਗੇ ਜਾਣਾ ਹੈ ਨਾ। ਮਨ ਸੂਖਸ਼ਮ ਸਰੀਰ ਦਾ ਭਾਗ ਹੈ। ਜਿਹੜੇ ਮਨ ਦੇ ਪਾਪ ਨੇ ਅੱਗੇ ਜਾ ਕੇ ਉਗੜ ਜਾਂਦੇ ਨੇ। ਬੁਰਾਈ ਨੂੰ ਜਿੰਨਾ ਮਰਜ਼ੀ ਕੁਛ ਛੁਪਾ ਕੇ ਰੱਖੇ, ਉਹ ਕਦੇ ਪੜਦੇ ਵਿੱਚ ਨਹੀਂ ਰਹਿ ਸਕਦੀ। ਹੁਣ ਆਪਾਂ ਧਰਤੀ ਵਿੱਚ ਕੋਈ ਕੰਡਿਆਲਾ ਬੀਜ ਬੀਜਦੇ ਹਾਂ, ਅਕਸਰ ਉੱਗਦਾ ਹੀ ਹੈ ਨਾ। ਇਸੇ ਤਰ੍ਹਾਂ ਭਾਈ ਜਿਹੜੇ ਅਸੀਂ ਲੁਕਵੇਂ ਪਾਪ ਕਰਦੇ ਹਾਂ, ਤੇ ਇਹ ਧਰਮਰਾਜ ਦੀ ਕਚਹਿਰੀ ਵਿੱਚ ਪ੍ਰਗਟ ਹੋਣਗੇ। ਇਹਨਾਂ ਦਾ ਪਰਦਾ ਫਾਸ਼ ਹੋਵੇਗਾ। ਉੱਥੇ ਜਾ ਕੇ ਕੀਤੇ ਕਰਮਾਂ ਦੀ ਸਜ਼ਾ ਭੁਗਤਣੀ ਪਵੇਗੀ। ਇਸ ਲਈ ਮਾੜੇ ਕੰਮ ਨਾ ਕਰੋ, ਲੁਕਵੇਂ ਕੰਮ ਨਾ ਕਰੋ, ਆਪਣੇ ਔਗੁਣਾਂ ਤੇ ਪਾਪਾਂ ਤੇ ਪਰਦਾ ਨਾ ਪਾਓ, ਕਿਉਂ ਇਹਨਾਂ ਦਾ ਵੀ ਲੇਖਾ ਧਰਮਰਾਜ ਦੀ ਕਚਹਿਰੀ ਵਿੱਚ ਹੋਣਾ ਹੈ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਾਦੂਰ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਇਹ ਹੈ ਪਾਵਨ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ, ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਹ ਸ਼ੁਭ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ। ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।